थैंक यू जीसस, थैंक यू जीसस। प्रेज द लॉर्ड। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਬਾਈਬਲ ਸਟੱਡੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਮੱਤੀ ਦੀ ਅੰਜੀਲ ਦੇ ਉੱਤੇ ਵਰਸ ਬਾਈ ਵਰਸ ਸਟੱਡੀ ਲੈ ਰਹੇ ਹਾਂ। ਅਤੇ ਅੱਜ ਆਪਾਂ ਮੱਤੀ ਦੀ ਅੰਜੀਲ ਉਸ ਦੇ ਅਧਿਆਇ 5 ਵਚਨ 13 ਤੋਂ ਲੈ ਕੇ 16 ਤੱਕ ਦੇਖਾਂਗੇ। ਅਤੇ ਅੱਜ ਦੇ ਮੈਸੇਜ ਦਾ ਟਾਈਟਲ ਆ ਤੁਸੀਂ ਧਰਤੀ ਦਾ ਲੂਣ ਅਤੇ ਜਗਤ ਦੀ ਜੋਤੀ ਹੋ। ਹਾਲੇਲੂਇਆ। ਸੋ ਅਸੀਂ ਪੜਾਂਗੇ ਅੱਜ ਦੇ ਮੈਸੇਜ ਨੂੰ, ਅੱਜ ਦੇ ਵਚਨ ਨੂੰ। ਅਤੇ ਮੱਤੀ ਦੀ ਅੰਜੀਲ ਅਧਿਆਇ 5 ਵਚਨ 13 ਤੋਂ ਲੈ ਕੇ 16 ਤੱਕ ਅਸੀਂ ਪੜਾਂਗੇ। The book of Matthew chapter 5 verse 13 to 16। ਤੁਸੀਂ ਧਰਤੀ ਦੇ ਲੂਣ ਹੋ। ਹਾਂਜੀ। ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਬਿਧ ਸਲੂਣਾ ਕੀਤਾ ਜਾਵੇਗਾ ਔਰ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁੱਝਾ ਨਹੀਂ ਰਹਿ ਸਕਦਾ, ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ, ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਹਾਂਜੀ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ। ਆਮੀਨ। ਹਾਲੇਲੂਇਆ। ਸੋ ਇੱਥੇ ਅਸੀਂ ਦੇਖਦੇ ਕਿ ਯਿਸੂ ਮਸੀਹ ਇੱਕ ਵਿਸ਼ਵਾਸੀ ਨੂੰ ਦੋ ਟਾਈਟਲ ਦਿੰਦਾ ਕਿ ਤੁਸੀਂ ਧਰਤੀ ਦੇ ਲੂਣ ਹੋ ਅਤੇ ਤੁਸੀਂ ਜਗਤ ਦੀ ਜੋਤੀ ਹੋ। ਯੂ ਆਰ ਦਾ ਸੋਲਟ ਆਫ ਅਰਥ ਐਂਡ ਦਾ ਲਾਈਟ ਆਫ ਵਰਲਡ। ਹਾਲੇਲੂਇਆ। ਸੋ ਇੱਥੇ ਯਿਸੂ ਮਸੀਹ ਜਦੋਂ ਦੋ ਟਾਈਟਲ ਦੇ ਰਿਹਾ ਆ, ਅਤੇ ਪਿਛਲੀ ਵਾਰ ਅਸੀਂ ਪਿਛਲੇ ਸੈਕਸ਼ਨ ਦੇ ਵਿੱਚ ਦੇਖਿਆ ਸੀ ਯਿਸੂ ਮਸੀਹ ਕਿਹਨਾਂ ਲੋਕਾਂ ਦੇ ਨਾਲ ਗੱਲ ਕਰਦਾ ਪਿਆ ਜਿਹਦੇ ਉਸਦੇ ਕੋਲ ਆਏ ਪਰ ਉਸ ਦਾ ਵਚਨ ਸੁਣਨ ਦੇ ਲਈ, ਚੰਗਾ ਹੋਣ ਦੇ ਲਈ, ਬਿਮਾਰੀਆਂ ਤੋਂ ਚੰਗਾ ਹੋਣ ਦੇ ਲਈ। ਅਤੇ ਲਿਖਿਆ 5 ਅਧਿਆਇ ਦੇ ਵਚਨ 1 ਤੋਂ ਲੈ ਕੇ 12 ਤੱਕ ਆਪਾਂ ਪਿਛਲੀ ਵਾਰੀ ਸਟੱਡੀ ਕੀਤੀ ਸੀ। ਤਾਂ ਲਿਖਿਆ ਆ ਉੱਥੇ ਕਿ ਯਿਸੂ ਮਸੀਹ ਭੀੜ ਨੂੰ ਦੇਖ ਕੇ ਪਹਾੜ ਦੇ ਉੱਤੇ ਚੜ ਗਿਆ ਅਤੇ ਉੱਥੇ ਬੈਠ ਗਿਆ ਤੇ ਉਸਦੇ ਚੇਲੇ ਉਸਦੇ ਕੋਲ ਆਏ ਅਤੇ ਉਸਨੇ ਆਪਣਾ ਮੂੰਹ ਖੋਲ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸੋ ਜਦੋਂ ਯਿਸੂ ਮਸੀਹ ਇੱਥੇ ਗੱਲ ਕਰ ਰਿਹਾ ਆ ਅਤੇ ਇੱਥੇ ਭੀੜ ਆ, ਇੱਥੇ ਚੇਲੇ ਆ ਯਿਸੂ ਮਸੀਹ ਦੇ, ਅਤੇ ਸਪੈਸੀਫਿਕਲੀ ਯਿਸੂ ਮਸੀਹ ਕਿਹੜੇ ਲੋਕਾਂ ਨਾਲ ਗੱਲ ਕਰਦਾ? ਜਿਹੜੇ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਚਾਹੁੰਦੇ ਆ, ਜਿਹੜੇ ਸੱਚੀ ਮੁੱਚੀ ਪਰਮੇਸ਼ਰ ਦੇ ਨਾਲ ਪਿਆਰ ਕਰਦੇ, ਉਸ ਦੇ ਵਚਨ ਦੇ ਉੱਤੇ ਧਿਆਨ ਦਿੰਦੇ ਆ। ਸੋ ਯਿਸੂ ਮਸੀਹ ਉਹਨਾਂ ਲੋਕਾਂ ਦੇ ਨਾਲ ਗੱਲ ਕਰਦਾ ਪਿਆ ਆ। ਅਤੇ ਜਦੋਂ ਲਿਖਿਆ ਕਿ ਯਿਸੂ ਮਸੀਹ ਨੇ ਆਪਣਾ ਮੂੰਹ ਖੋਲਿਆ ਤਾਂ ਉਹਨੇ ਕਿਹੜੇ ਸ਼ਬਦ ਇਸਤੇਮਾਲ ਕੀਤੇ? ਤਾਨੋ ਜਿਹੜੇ ਦਿਲ ਦੇ ਗਰੀਬ ਆ, ਤਾਨੋ ਜਿਹੜੇ ਨਮਰ ਆ ਉਹ ਧਰਤੀ ਦੇ ਵਾਰਿਸ ਹੋਣਗੇ, ਤਾਨੋ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਧਿਆਏ ਆ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ, ਤਾਨੋ ਜਿਹੜੇ ਮੇਲ ਕਰਾਉਣ ਵਾਲੇ ਪਰਮੇਸ਼ਰ ਦੇ ਪੁੱਤਰ ਕਹਿਲਾਉਣਗੇ, ਤਾਨੋ ਜਿਹੜੇ ਸਤਾਏ ਜਾਂਦੇ ਆ ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ। ਸੋ ਯਿਸੂ ਮਸੀਹ ਤੇ ਕਿਹਨਾਂ ਲੋਕਾਂ ਦੇ ਨਾਲ ਗੱਲ ਕਰਦਾ ਪਿਆ ਆ? ਉਹ ਲੋਕਾਂ ਦੇ ਨਾਲ ਜਿਹੜੇ ਸੱਚੇ ਦਿਲੋਂ ਯਹੋਵਾ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖਦੇ ਆ। ਅਤੇ ਇੱਥੇ ਯਹੂਦੀ ਜਾਂ ਅੰਨੇ ਜਾਤੀ ਦੀ ਗੱਲ ਨਹੀਂ ਆ, ਇੱਥੇ ਮੇਨ ਪਰਪਸ ਆ ਵਿਸ਼ਵਾਸੀ ਦਾ। ਹਾਲਾਂਕਿ ਉਸ ਟਾਈਮ ਉਸ ਸਮੇਂ ਯਿਸੂ ਮਸੀਹ ਦੇ ਕੋਲ ਯਹੂਦੀ ਲੋਕ ਹੀ ਖੜੇ ਸੀ, ਪਰ ਇੱਥੇ ਯਹੂਦੀ ਲੋਕਾਂ ਤਾਈਂ ਸੀਮਿਤ ਨਹੀਂ ਆਏ ਵਚਨ। ਇਹ ਵਚਨ ਆ ਸੱਚੇ ਵਿਸ਼ਵਾਸੀ ਦੇ ਨਾਲ, ਭਾਵੇਂ ਅੰਨੇ ਜਾਤੀਆਂ ਦੇ ਵਿੱਚੋਂ, ਭਾਵੇਂ ਯਹੂਦੀਆਂ ਦੇ ਵਿੱਚੋਂ। ਇਹ ਮੈਸੇਜ ਹੈ ਕਲੀਸਿਆ ਦੇ ਲਈ। ਹਾਲੇਲੂਇਆ। ਅਤੇ ਯਿਸੂ ਮਸੀਹ ਉਹਨਾਂ ਨੂੰ ਸਾਰੇ ਵਚਨ ਕਹਿਣ ਤੋਂ ਬਾਅਦ ਕਿ ਤੁਸੀਂ ਧੰਨ ਆ ਜੇ ਤੁਸੀਂ ਦਇਆਵਾਨ ਹੋ, ਤੁਸੀਂ ਧੰਨ ਆ ਜੇਕਰ ਤੁਸੀਂ ਮੇਲ ਕਰਾਉਣ ਵਾਲੇ ਹੋ, ਤੁਸੀਂ ਧੰਨ ਆ ਜੇਕਰ ਤੁਸੀਂ ਧਾਰਮਿਕਤਾ ਦੇ ਭੁੱਖੇ ਤੇ ਧਿਆਏ ਹੋ। ਫਿਰ ਯਿਸੂ ਮਸੀਹ ਉਹਨਾਂ ਨੂੰ ਕਹਿੰਦਾ ਆ ਕਿ ਤੁਸੀਂ ਧਰਤੀ ਦੇ ਕੀ ਹੋ? ਲੂਣ ਹੋ। ਤੁਸੀਂ ਧਰਤੀ ਦਾ ਨਮਕ ਹੋ ਅਤੇ ਤੁਸੀਂ ਧਰਤੀ ਦੀ ਜੋਤੀ ਹੋ, ਤੁਸੀਂ ਜਗਤ ਦਾ ਚਾਨਣ ਹੋ। ਸੋ ਪਹਿਲਾਂ ਆਪਾਂ ਗੱਲ ਕਰਦੇ ਆ ਨਮਕ ਦੇ ਉੱਤੇ, ਲੂਣ ਦੇ ਉੱਤੇ। ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਦੇਖਦੇ ਆ ਤਾਂ ਜਿਹੜਾ ਨਮਕ ਆ, ਜਿਹੜਾ ਲੂਣ ਆ, ਇਹ ਬਲੀਦਾਨਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ। ਜਦੋਂ ਲੇਵੀਆ ਦੀ ਪੁਸਤਕ ਦੇ ਵਿੱਚ ਉਸਦੇ ਅਧਿਆਇ 2 ਦੇ ਵਿੱਚ ਦੇਖਦੇ ਆ। ਸੋ ਜਿਹੜੇ ਬਲੀਦਾਨ ਸੀਗੇ ਉਹਨਾਂ ਦੇ ਵਿੱਚ ਅੰਨ ਬਲੀਆਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਲੂਣ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ। ਅਤੇ ਜਿਹੜਾ ਨਮਕ ਆ ਇਸ ਦਾ ਬਹੁਤ ਜ਼ਿਆਦਾ ਅੱਜ ਵੀ ਅਸੀਂ ਦੇਖਦੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਆਮ ਤੌਰ ਦੇ ਉੱਤੇ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਆ। ਅਤੇ ਇੰਡੀਆ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਉਸ ਬੰਦੇ ਦਾ ਮੈਂ ਯਾਰ ਨਮਕ ਖਾਦਾ, ਉਸ ਬੰਦੇ ਦਾ ਲੂਣ ਖਾਦਾ। ਇਸ ਦਾ ਮਤਲਬ ਕਿ ਉਹਦੇ ਨਾਲ ਵਫਾਦਾਰ ਰਹਿਣਾ ਆ, ਮੈਂ ਉਸ ਦੇ ਨਾਲ ਨਹੀਂ ਮੈਂ ਬੁਰਾ ਕਰ ਸਕਦਾ ਕਿਉਂਕਿ ਮੈਂ ਉਹਦਾ ਲੂਣ ਖਾਦਾ ਆ। ਸੋ ਜਿਹੜਾ ਨਮਕ ਆ, ਲੂਣ ਆ, ਇੱਕ ਵਫਾਦਾਰੀ ਦਾ, ਇਮਾਨਦਾਰੀ ਦਾ ਵੀ ਚਿੰਨ੍ਹ ਆ। ਅਤੇ ਆਪਾਂ 5 ਚੀਜ਼ਾਂ ਦੇ ਉੱਤੇ ਦੇਖਾਂਗੇ ਨਮਕ ਦੇ ਬਾਰੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਨਮਕ ਦੀ ਜਿਹੜੀ ਸ਼ੁੱਧਤਾ। ਜਿਹੜਾ ਲੂਣ ਆ ਉਹ ਅਸ਼ੁੱਧਤਾ ਨੂੰ ਦਿਖਾਉਂਦਾ, ਉਸਦਾ ਕਲਰ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੁੰਦਰ ਕਲਰ ਹੁੰਦਾ ਆ। ਅਤੇ ਯਿਸੂ ਮਸੀਹ ਜਦੋਂ ਕਹਿ ਰਿਹਾ ਆ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਉੱਥੋਂ ਅਸੀਂ ਕੀ ਦੇਖਦੇ ਆ? ਪਹਿਲੀ ਚੀਜ਼
ਕਿ ਅਸੀਂ ਲੂਣ ਆ, ਅਸੀਂ ਇੱਕ ਸ਼ੁੱਧਤਾ ਨੂੰ ਦਿਖਾਉਣੇ, ਇੱਕ ਸਫੇਦ ਰੰਗ ਨੂੰ, ਇੱਕ ਸੁੰਦਰਤਾ ਨੂੰ, ਉਸ ਦੀ ਅਲੱਗ ਇੱਕ ਪਹਿਚਾਣ ਆ। ਸੋ ਮਸੀਹੀ ਜਿਹੜਾ ਬੰਦਾ ਆ, ਯਿਸੂ ਮਸੀਹ ਕਹਿੰਦਾ ਕੀ ਕਹਿੰਦਾ ਕਿ ਤੁਹਾਡੀ ਅਲੱਗ ਪਹਿਚਾਣ ਆ, ਤੁਸੀਂ ਪੱਤੀ ਦੀ ਤਰ੍ਹਾਂ ਨਹੀਂ ਹੋ, ਉਹ ਕਹਿੰਦਾ ਤੁਸੀਂ ਲੂਣ ਦੀ ਤਰ੍ਹਾਂ ਸਫੇਦ ਹੋ। ਹਾਲੇਲੂਇਆ। ਸੋ ਯਿਸੂ ਮਸੀਹ ਇੱਥੇ ਸ਼ੁੱਧਤਾ ਦੀ ਗੱਲ ਕਰਦਾ ਪਿਆ ਆ ਕਿ ਤੁਸੀਂ ਸ਼ੁੱਧਤਾ ਦੇ ਵਿੱਚ ਹੋ। ਅਤੇ ਦੂਸਰੀ ਚੀਜ਼ ਜਿਹੜੀ ਆ, ਨਮਕ ਦੀ ਗੱਲ ਜਦੋਂ ਕਰਦੇ ਆ ਆਪਾਂ, ਲੂਣ ਦੀ, ਤਾਂ ਉਸ ਪੁਰਾਣੇ ਟਾਈਮ ਦੇ ਵਿੱਚ, ਯਿਸੂ ਮਸੀਹ ਦੇ ਦਿਨਾਂ ਦੇ ਵਿੱਚ ਲੂਣ ਜਿਹੜਾ ਆ ਉਹ ਇਸਤੇਮਾਲ ਕੀਤਾ ਜਾਂਦਾ ਸੀਗਾ ਇੱਕ ਜ਼ਖਮ ਦੇ ਉੱਤੇ, ਜ਼ਖਮਾਂ ਦੇ ਚੰਗਾਈ ਦੇ ਲਈ ਵੀ। ਕਿਉਂਕਿ ਨਾਰਮਲੀ ਜਦੋਂ ਅਸੀਂ ਪੁਰਾਣੇ ਸਮੇਂ ਦੇ ਉੱਤੇ ਦੇਖਦੇ ਆ ਤਾਂ ਉੱਥੇ ਸਾਨੂੰ ਪਤਾ ਲੱਗਦਾ ਆ ਕਲਚਰ ਦੇ ਵਿੱਚ, ਪੁਰਾਣੇ ਕਲਚਰ ਦੇ ਵਿੱਚ, ਕਿ ਪੁਰਾਣੇ ਟਾਈਮ ਦੇ ਵਿੱਚ ਜਦੋਂ ਇੱਕ ਬੱਚਾ ਪੈਦਾ ਹੁੰਦਾ ਆ ਤਾਂ ਉਸ ਦੇ ਉੱਤੇ ਲੂਣ ਦੇ ਨਾਲ ਉਸ ਨੂੰ ਧੋਤਾ ਜਾਂਦਾ ਆ, ਜਿਸ ਦੇ ਨਾਲ ਇਹ ਦੇਖਿਆ ਜਾਂਦਾ ਕਿ ਇਸ ਬੱਚੇ ਦੇ ਕੋਈ ਜ਼ਖਮ ਤਾਂ ਨਹੀਂ। ਅਤੇ ਬਹੁਤ ਸਾਰੇ ਜ਼ਖਮ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਲੂਣ ਦੇ ਦੁਆਰਾ ਚੰਗੇ ਕੀਤਾ ਜਾਂਦਾ ਸੀਗਾ। ਸੋ ਇੱਕ ਟੈਕਨੀਕ ਸੀ ਪੁਰਾਣੇ ਸਮੇਂ ਦੀ, ਲੂਣ ਦੇ ਦੁਆਰਾ ਚੰਗੇ ਕੀਤੇ ਜਾਣਾ। ਸੋ ਦੂਸਰੀ ਚੀਜ਼ ਅਸੀਂ ਕੀ ਦੇਖਦੇ ਆ ਕਿ ਨਮਕ ਜਿਹੜਾ ਚੰਗਿਆਈ ਦੇ ਲਈ ਵੀ ਕੰਮ ਆਉਂਦਾ। ਅਤੇ ਯਿਸੂ ਮਸੀਹ ਕੀ ਕਹਿੰਦਾ ਕਿ ਤੁਸੀਂ ਚੰਗਿਆਈ ਦੇ ਵਿੱਚ, ਤੁਸੀਂ ਚੰਗਿਆਈ ਸੰਸਾਰ ਦੇ ਵਿੱਚ ਲੈ ਕੇ ਆਓਗੇ। ਕੁਝ ਜ਼ਖਮ ਜਿਹੜੇ ਹੁੰਦੇ ਸੀ ਉਹਨਾਂ ਨੂੰ ਲੂਣ ਦੇ ਨਾਲ ਚੰਗਾ ਕੀਤਾ ਜਾਂਦਾ ਸੀ। ਅਤੇ ਯਿਸੂ ਮਸੀਹ ਇੱਥੇ ਕੀ ਕਰ ਰਿਹਾ ਜਦੋਂ ਕਹ ਰਿਹਾ ਤੁਸੀਂ ਧਰਤੀ ਦੇ ਨਮਕ ਹੋ। ਕੁਝ ਜਿਹੜੇ ਜ਼ਖਮ ਆ, ਕੁਝ ਰੋਗ ਆ, ਜਿਹੜੇ ਕੁਝ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਬਿਨਾਂ ਨਹੀਂ ਸੁਧਾਰੀਆਂ ਜਾ ਸਕਦੀਆਂ, ਕਿਉਂਕਿ ਤੁਸੀਂ ਕੌਣ ਹੋ? ਤੁਸੀਂ ਧਰਤੀ ਦੇ ਲੂਣ ਹੋ। ਹਾਲੇਲੂਇਆ। ਅਤੇ ਫਿਰ ਅਸੀਂ ਦੇਖਦੇ ਹਾਂ ਤੀਸਰੀ ਚੀਜ਼, ਲੂਣ ਜਿਹੜਾ ਆ ਉਹ ਪਿਆਸ ਨੂੰ ਵਧਾਉਂਦਾ ਆ, ਸਾਡੇ ਅੰਦਰ ਪਿਆਸ ਨੂੰ ਉਤਪੰਨ ਕਰਦਾ ਆ। ਅਤੇ ਜਦੋਂ ਅਸੀਂ ਦੇਖਦੇ ਆ ਮੈਡੀਕਲ ਲਾਈਨ ਦੇ ਵਿੱਚ, ਮਨੁੱਖ ਦੇ ਸਰੀਰ ਦੇ ਹਰ ਇੱਕ ਹਿੱਸੇ ਦੇ ਵਿੱਚ ਲੂਣ ਪਾਇਆ ਜਾਂਦਾ ਆ। ਅਤੇ ਜੇਕਰ ਲੂਣ ਨਹੀਂ ਹੋਵੇਗਾ ਸਰੀਰ ਦੇ ਹਰ ਇੱਕ ਹਿੱਸੇ ਦੇ ਵਿੱਚ ਤਾਂ ਇੱਕ ਬੰਦਾ ਪਾਣੀ ਨਹੀਂ ਪੀਵੇਗਾ, ਤੇ ਪਾਣੀ ਨਾ ਪੀਣ ਦੇ ਕਰਕੇ ਉਹ ਬਿਮਾਰ ਹੋਵੇਗਾ, ਉਸ ਦੀ ਉਮਰ ਜਿਹੜੀ ਆ ਬਹੁਤ ਘਟ ਜਾਵੇਗੀ। ਸੋ ਜਿਹੜਾ ਲੂਣ ਆ ਉਹ ਪਿਆਸ ਨੂੰ ਉਤਪੰਨ ਕਰਦਾ ਆ। ਜਦੋਂ ਅਸੀਂ ਨਮਕ ਵਾਲੀਆਂ ਚੀਜ਼ਾਂ ਖਾਂਦੇ ਆ ਫਿਰ ਸਾਨੂੰ ਪਿਆਸ ਲੱਗਦੀ ਆ। ਤੇ ਜਦੋਂ ਯਿਸੂ ਮਸੀਹ ਕਹਿ ਰਿਹਾ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਇਸ ਦਾ ਮਤਲਬ ਕੀ ਆ? ਤੁਸੀਂ ਉਹ ਲੋਕ ਹੋ ਜਿਹੜੇ ਸੰਸਾਰ ਦੇ ਵਿੱਚ ਜਾਣਗੇ, ਜਿਹੜੇ ਲੋਕਾਂ ਦੇ ਵਿੱਚ ਜਾਣਗੇ ਅਤੇ ਪਰਮੇਸ਼ਰ ਦੀ ਅਤੇ ਉਸਦੇ ਵਚਨ ਦੀ ਪਿਆਸ ਨੂੰ ਉਤਪੰਨ ਕਰਨਗੇ। ਹਾਲੇਲੂਇਆ। ਸੋ ਯਿਸੂ ਮਸੀਹ ਕੀ ਕਹਿ ਰਿਹਾ ਕਿ ਤੁਸੀਂ ਲੂਣ ਹੋ, ਤੁਸੀਂ ਸ਼ੁੱਧਤਾ ਦਾ ਚਿੰਨ੍ਹ ਹੋ। ਸੰਸਾਰ ਦੇ ਵਿੱਚ ਪਵਿੱਤਰਤਾ ਹੀ ਤੁਹਾਡੇ ਵਿੱਚ ਚਿੰਨ੍ਹ ਆ, ਤੁਹਾਡੇ ਦੁਆਰਾ ਦੇਖੀ ਜਾਂਦੀ ਆ। ਅਤੇ ਫਿਰ ਕਹਿੰਦਾ ਤੁਸੀਂ ਧਰਤੀ ਦਾ ਲੂਣ ਹੋ। ਜਦੋਂ ਕਹਿੰਦਾ ਤਾਂ ਤੁਸੀਂ ਚੰਗਾ ਕਰਨ ਵਾਲੇ ਹੋ। ਜਿਸ ਤਰ੍ਹਾਂ ਕੁਝ ਜ਼ਖਮ ਲੂਣ ਤੋਂ ਬਿਨਾਂ ਨਹੀਂ ਚੰਗੇ ਹੋ ਸਕਦੇ, ਇਸੇ ਤਰ੍ਹਾਂ ਤੁਸੀਂ ਵੀ ਜਿਹੜੇ ਹੋ, ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਬਿਨਾਂ ਨਹੀਂ ਸੁਧਾਰੀਆਂ ਜਾ ਸਕਦੀਆਂ। ਤੁਸੀਂ ਕੀ ਹੋ? ਪਿਆਸ ਪੈਦਾ ਕਰਨ ਵਾਲੇ ਹੋ। ਜਿਸ ਤਰ੍ਹਾਂ ਲੂਣ ਪਿਆਸ ਪੈਦਾ ਕਰਦਾ, ਤੁਸੀਂ ਵੀ ਧਰਤੀ ਦੇ ਕੀ ਹੋ? ਲੂਣ ਹੋ। ਅਤੇ ਤੁਸੀਂ ਲੋਕਾਂ ਦੇ ਅੰਦਰ ਪਿਆਸ ਪੈਦਾ ਕਰ ਸਕਦੇ ਹੋ ਕਿ ਉਹ ਪਰਮੇਸ਼ਰ ਦੇ ਕੋਲ ਆਉਣ ਅਤੇ ਅੰਮ੍ਰਿਤ ਜਲ ਦੇ ਸੋਤੇ ਤੋਂ ਪੀਣ। ਹਾਲੇਲੂਇਆ। ਅਤੇ ਫਿਰ ਯਿਸੂ ਮਸੀਹ ਕਹਿੰਦਾ ਆ ਕਿ ਤੁਸੀਂ ਧਰਤੀ ਦੇ ਲੂਣ ਹੋ। ਤਾਂ ਉਸ ਦਾ ਮਤਲਬ ਕੀ ਆ? ਅਤੇ ਇੱਕ ਸਪੈਸ਼ਲ ਮਤਲਬ ਆ ਸਵਾਦ। ਚੌਥੀ ਚੀਜ਼ ਜਿਹੜੀ ਆ, ਲੂਣ ਸਵਾਦ ਲੈ ਕੇ ਆਉਂਦਾ ਆ। ਜਦੋਂ ਅਸੀਂ ਕਿਸੇ ਚੀਜ਼ ਦੇ ਵਿੱਚ, ਖਾਣੇ ਦੇ ਵਿੱਚ ਨਮਕ ਨਾ ਪਾਈਏ ਤਾਂ ਉਹਦੇ ਵਿੱਚ ਸਾਨੂੰ ਕੋਈ ਸਵਾਦ ਨਹੀਂ ਆਉਂਦਾ। ਪਰ ਜਦੋਂ ਨਮਕ ਉਹਦੇ ਵਿੱਚ ਪਾਇਆ ਹੁੰਦਾ ਉਦੋਂ ਇੱਕ ਵਿਅਕਤੀ ਕਹਿੰਦਾ ਮਤਲਬ ਕਿ ਨਮਕ ਦੇ ਨਾਲ ਸਵਾਦ ਚੀਜ਼ ਬਣ ਗਈ। ਜੇਕਰ ਨਮਕ ਨਹੀਂ ਆ ਕਿਸੇ ਚੀਜ਼ ਦੇ ਵਿੱਚ, ਖਾਣ ਵਾਲੀ ਦੇ ਵਿੱਚ, ਤਾਂ ਉਸ ਦੇ ਵਿੱਚ ਕੋਈ ਸਵਾਦ ਨਹੀਂ ਹੋਵੇਗਾ, ਉਹ ਕਿਸੇ ਤੇ ਪ੍ਰੀਤੀ ਨਾਲ ਸਵਾਦ ਨਹੀਂ ਲੱਗੇਗੀ। ਇਸੇ ਤਰ੍ਹਾਂ ਇੱਕ ਮਸੀਹੀ ਵਿਅਕਤੀ ਜਿਹੜਾ ਆ, ਇੱਕ ਸੱਚਾ ਵਿਸ਼ਵਾਸੀ, ਉਹ ਲੂਣ ਦੀ ਤਰ੍ਹਾਂ ਆ। ਸੰਸਾਰ ਅਤੇ ਸੰਸਾਰ ਦੇ ਲੋਕ ਜੇਕਰ ਮਸੀਹੀ ਉਹਨਾਂ ਵਿੱਚ ਨਹੀਂ ਆ, ਜੇਕਰ ਪਰਮੇਸ਼ਰ ਦਾ ਵਿਅਕਤੀ ਉਹਨਾਂ ਦੇ ਅੰਦਰ ਨਹੀਂ ਆ, ਜੇਕਰ ਕਲੀਸਿਆ ਧਰਤੀ ਉੱਤੇ ਨਹੀਂ ਆ, ਤਾਂ ਸੰਸਾਰ ਦੇ ਵਿੱਚ ਕੋਈ ਸਵਾਦ ਨਹੀਂ ਆ। ਜੇਕਰ ਦੁਨੀਆ ਦੇ ਉੱਤੇ ਪਰਮੇਸ਼ਰ ਦਾ ਵਚਨ ਨਹੀਂ ਆ, ਅਸੀਂ ਪਰਮੇਸ਼ਰ ਦਾ ਵਚਨ ਨਹੀਂ ਲੈ ਕੇ ਜਾਵਾਂਗੇ ਲੋਕਾਂ ਤਾਈਂ, ਤਾਂ ਫਿਰ ਇਸ ਧਰਤੀ ਦੇ ਉੱਤੇ ਕੋਈ ਨੈਤਿਕਤਾ ਨਹੀਂ ਆ, ਕੋਈ ਸਵਾਦ ਨਹੀਂ ਆ। ਸਵਾਦ ਦਾ ਮਤਲਬ ਕੀ ਆ? ਕਿ ਪਰਮੇਸ਼ਰ ਦਾ ਵਚਨ ਦਾ ਗਿਆਨ। ਜੇਕਰ ਮਸੀਹ ਦਾ ਗਿਆਨ, ਜੇਕਰ ਅਸੀਂ ਕਲੀਸਿਆ ਦੇ ਧਰਤੀ ਦੇ ਉੱਤੇ ਨਹੀਂ ਆ, ਲੋਕਾਂ ਨੂੰ ਨਹੀਂ ਸਿਖਾਵਾਂਗੇ, ਤਾਂ ਫਿਰ ਜਿਹੜਾ ਧਰਤੀ ਦੇ ਉੱਤੇ ਕੋਈ ਸਵਾਦ ਨਹੀਂ ਰਹੇਗਾ। ਕਿਉਂਕਿ ਬਾਈਬਲ ਹੀ ਸਿਖਾਉਂਦੀ ਆ ਕਿ ਕਿਸ ਤਰ੍ਹਾਂ ਜੀਣਾ ਆ। ਬਾਈਬਲ ਹੀ ਆ ਜਿਹੜੀ ਪਿਆਰ ਕਰਨਾ ਸਿਖਾਉਂਦੀ ਆ। ਬਾਈਬਲ ਹੀ ਆ ਜਿਹੜੀ ਕਹਿੰਦੀ ਆ ਕਿ ਜਿਹੜੇ ਤੈਨੂੰ ਸਤਾਉਂਦੇ ਉਹਨਾਂ ਦੇ ਲਈ ਪ੍ਰਾਰਥਨਾ ਕਰ, ਜਿਹੜੇ ਤੈਨੂੰ ਬੁਰਾ ਭਲਾ ਬੋਲਦੇ ਉਹਨਾਂ ਨੂੰ ਮਾਫ ਕਰ, ਉਹਨਾਂ ਲਈ ਪ੍ਰਾਰਥਨਾ ਕਰ, ਜਿਹੜਾ ਤੇਰੇ ਇੱਕ ਗੱਲ ਦੇ ਉੱਤੇ ਮਾਰੇ ਦੂਸਰੀ ਵੀ ਉਹਦੇ ਵੱਲ ਕਰ ਦੇ। ਸੋ ਇਹ ਚੀਜ਼ਾਂ ਕਿਹੜੀ ਕੌਣ ਸਿਖਾਉਂਦਾ ਹੈ? ਬਾਈਬਲ। ਇਸ ਲਈ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਧਰਤੀ ਦੇ ਉੱਤੇ ਸਵਾਦ ਉਤਪੰਨ ਕਰਨ ਵਾਲੇ ਹੋ। ਜੇਕਰ ਤੁਸੀਂ ਨਹੀਂ ਆ ਤਾਂ ਲੋਕੀ ਮੈਨੂੰ ਨਹੀਂ ਜਾਣ ਸਕਦੇ। ਲੋਕਾਂ ਦੇ ਕੋਲ ਕਿੱਦਾਂ ਪਤਾ, ਲੋਕਾਂ ਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਕੌਣ ਆ। ਸੋ ਅਸੀਂ ਧਰਤੀ ਦੇ ਉੱਤੇ ਸਵਾਦ ਨੂੰ ਉਤਪੰਨ ਕਰਦੇ ਹਾਂ। ਅਤੇ ਪੰਜਵੀਂ ਅਤੇ ਸਭ ਤੋਂ ਖਾਸ ਚੀਜ਼,
ਅਤੇ ਮੈਂ ਸਮਝਦਾ ਹਾਂ ਕਿ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਚਾਰ ਚੀਜ਼ਾਂ ਦੇਖੀਆਂ, ਲੂਣ ਜਿਹੜਾ ਸ਼ੁੱਧਤਾ ਨੂੰ ਦਿਖਾਉਂਦਾ ਆ, ਲੂਣ ਜਿਹੜਾ ਆ ਉਹ ਚੰਗਿਆਈ ਨੂੰ ਦਿਖਾਉਂਦਾ ਆ, ਲੂਣ ਜਿਹੜਾ ਪਿਆਸ ਨੂੰ ਉਤਪੰਨ ਕਰਦਾ, ਲੂਣ ਜਿਹੜਾ ਸਵਾਦ ਨੂੰ ਉਤਪੰਨ ਕਰਦਾ। ਇਹ ਸਾਰੀਆਂ ਚੀਜ਼ਾਂ ਵੀ ਜਦੋਂ ਯਿਸੂ ਮਸੀਹ ਬੋਲ ਰਿਹਾ ਸੀ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਮਾਈਂਡ ਦੇ ਵਿੱਚ ਆਈਆਂ ਹੋ ਗਈਆਂ। ਪਰ ਇੱਕ ਸਭ ਤੋਂ ਸਪੈਸ਼ਲ ਚੀਜ਼, ਲੂਣ ਜਿਹੜਾ ਹੈ ਉਹ ਚੀਜ਼ਾਂ ਨੂੰ ਬਚਾਉਂਦਾ ਆ, ਉਹ ਚੀਜ਼ਾਂ ਨੂੰ ਬਚਾ ਕੇ ਰੱਖਦਾ ਹੈ, ਖਰਾਬ ਹੋਣ ਤੋਂ ਬਚਾਉਂਦਾ ਆ। ਅਤੇ ਜਦੋਂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਚੇਲੇ ਬੜੀ ਆਸਾਨੀ ਦੇ ਨਾਲ ਇਸ ਨੂੰ ਸਮਝ ਪਾਏ ਹੋਣੇ ਆ ਕਿ ਇਸ ਦਾ ਮਤਲਬ ਕੀ ਆ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਫਰਿੱਜਾਂ ਨਹੀਂ ਹੁੰਦੀਆਂ ਸੀਗੀਆਂ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਫਰਿੱਜਾਂ ਆ। ਤੇ ਜਦੋਂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਚੇਲੇ ਜਿਹੜੇ ਆਸਾਨੀ ਦੇ ਨਾਲ ਸਮਝ ਗਏ ਹੋਣਗੇ ਕਿ ਇਸ ਦਾ ਮਤਲਬ ਕੀ ਆ, ਕਿ ਅਸੀਂ ਜਿਹੜੇ ਸੰਸਾਰ ਨੂੰ ਬਚਾ ਕੇ ਰੱਖਣ ਵਾਲੇ ਆ। ਕਿਉਂਕਿ ਚੇਲਿਆਂ ਨੂੰ ਪਤਾ ਸੀ ਜਦੋਂ ਚੇਲੇ ਮੱਛੀਆਂ ਨੂੰ ਫੜਦੇ ਸੀਗੇ ਤਾਂ ਉਹ ਮੱਛੀਆਂ ਨੂੰ ਕਿਸ ਤਰ੍ਹਾਂ ਜ਼ਿਆਦਾ ਲੰਬੇ ਸਮੇਂ ਤੱਕ ਬਚਾ ਕੇ ਰੱਖਦੇ ਸੀ, ਨਮਕ ਲਗਾ ਕੇ। ਜੇਕਰ ਉਹ ਨਮਕ ਨਹੀਂ ਸੀ ਲਗਾਉਂਦੇ ਤਾਂ ਜਿਹੜੀਆਂ ਮੱਛੀਆਂ ਸੀ ਬਹੁਤ ਜਲਦੀ ਦੇ ਨਾਲ ਖਰਾਬ ਹੋ ਸਕਦੀਆਂ ਸੀ। ਅੱਜ ਵੀ ਜਿਹੜੀਆਂ ਚੀਜ਼ਾਂ ਨਮਕ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਉਹ ਜਲਦੀ ਖਰਾਬ ਨਹੀਂ ਹੁੰਦੀਆਂ। ਅਚਾਰ ਜਾਂ ਕੁਝ ਸੌਲਟੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ, ਕਿਉਂ ਇੰਨਾ ਚਿਰ ਬਚੀਆਂ ਰਹਿੰਦੀਆਂ? ਕਿਉਂਕਿ ਉਹਨਾਂ ਦੇ ਵਿੱਚ ਨਮਕ ਹੁੰਦਾ। ਸੋ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਧਰਤੀ ਦੇ ਉੱਤੇ ਚੀਜ਼ਾਂ ਨੂੰ ਬਚਾਉਣ ਵਾਲੇ ਹੋ, ਤੁਸੀਂ ਧਰਤੀ ਦੇ ਉੱਤੇ ਚੀਜ਼ਾਂ ਨੂੰ ਪ੍ਰੀਜ਼ਰਵ ਕਰਨ ਵਾਲੇ ਹੋ। ਅਤੇ ਚੇਲਿਆਂ ਨੇ ਬੜੀ ਆਸਾਨੀ ਦੇ ਨਾਲ ਇਸ ਚੀਜ਼ ਨੂੰ ਸਮਝਿਆ। ਜਦੋਂ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਧਰਤੀ ਦੇ ਲੂਣ ਹੋ, ਉਸਦੇ ਚੇਲੇ ਸੁਣ ਰਹੇ ਸੀ। ਅਤੇ ਉਹ ਕਿੱਥੋਂ ਆਏ ਸੀ? ਮੱਛੀਆਂ ਫੜਦੇ, ਉਹ ਲੂਣ ਦਾ ਹਮੇਸ਼ਾ ਇਸਤੇਮਾਲ ਕਰਦੇ ਸੀ। ਤਾਂ ਉਹਨਾਂ ਨੇ ਬੜੀ ਆਸਾਨੀ ਨਾਲ ਸਮਝ, ਠੀਕ ਆ, ਇਸ ਦਾ ਮਤਲਬ ਇਹ ਆ ਕਿ ਸੰਸਾਰ ਸੜ ਰਿਹਾ ਆ ਅਤੇ ਅਸੀਂ ਸੰਸਾਰ ਨੂੰ ਬਚਾਉਣਾ ਹੈ। ਹਾਲੇਲੂਇਆ। ਅਤੇ ਚੌਥੀ ਪੰਜਵੀਂ ਚੀਜ਼ ਕੀ ਆ? ਕਿ ਸੰਸਾਰ ਜਿਹੜਾ ਸੜ ਰਿਹਾ ਆ, ਸੰਸਾਰ ਪਾਪ ਦੇ ਵਿੱਚ ਨਾਸ਼ ਹੋ ਰਿਹਾ, ਬੁਰਾਈ ਦੇ ਵਿੱਚ ਨਾਸ਼ ਹੋ ਰਿਹਾ, ਪਰਮੇਸ਼ਰ ਦੀ ਅਣਆਗਿਆਕਾਰੀ ਕਰਕੇ ਨਾਸ਼ ਹੋ ਰਿਹਾ। ਪਰ ਯਿਸੂ ਮਸੀਹ ਕਹਿੰਦਾ ਤੁਸੀਂ ਧਰਤੀ ਦੇ ਲੂਣ ਹੋ। ਜਿੱਥੇ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਜਾ ਕੇ ਲੱਗ ਜਾਓਗੇ, ਉਸ ਚੀਜ਼ ਦੇ ਉੱਤੇ ਉਹ ਚੀਜ਼ ਜਿਹੜੀ ਆ ਉਹ ਸੇਵ ਕੀਤੀ ਜਾਏਗੀ, ਉਹ ਚੀਜ਼ ਬਚੀ ਰਹੇਗੀ। ਹਾਲੇਲੂਇਆ। ਸੋ ਯਿਸੂ ਮਸੀਹ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਕਹਿੰਦਾ ਤੁਸੀਂ ਧਰਤੀ ਦੇ ਲੂਣ ਹੋ, ਜਿਸ ਦਾ ਸਪੈਸ਼ਲ ਆ ਮਤਲਬ ਕਿ ਤੁਸੀਂ ਸੰਸਾਰ ਨੂੰ ਬਚਾਉਣ ਵਾਲੇ ਹੋ। ਅਤੇ ਲੂਣ ਜਿਹੜਾ ਆ ਉਹ ਦਿਖਾਵਾ ਕਰਕੇ ਨਹੀਂ ਕੰਮ ਕਰਦਾ। ਲੂਣ ਜਿੱਥੇ ਇੱਕ ਵਾਰੀ ਲੱਗ ਜਾਂਦਾ ਆ ਉਸ ਤੋਂ ਬਾਅਦ ਵਿੱਚ ਉਹ ਦਿਖਦਾ ਨਹੀਂ, ਪਰ ਉਹ ਕੰਮ ਕਰਦਾ ਰਹਿੰਦਾ ਆ। ਇਸੇ ਤਰ੍ਹਾਂ ਇੱਕ ਮਸੀਹੀ ਵਿਸ਼ਵਾਸੀ ਹੁੰਦਾ ਆ, ਉਹ ਦਿਖਾਵਾ ਨਹੀਂ ਕਰਦਾ ਆਪਣੇ ਕੰਮਾਂ ਦਾ, ਪਰ ਉਸ ਦੇ ਕੰਮ ਜਿਹੜੇ ਦੱਸਦੇ ਆ। ਜਿਸ ਤਰ੍ਹਾਂ ਲੂਣ ਪਾਣੀ ਦੇ ਵਿੱਚ ਪਾਇਆ ਹੋਵੇ, ਉਹ ਦਿਸਦਾ ਨਹੀਂ ਪਰ ਹੁੰਦਾ ਆ। ਇਸੇ ਤਰ੍ਹਾਂ ਇੱਕ ਮਸੀਹੀ ਸੰਸਾਰ ਦੇ ਵਿੱਚ ਉਹ ਭਾਵੇਂ ਕੁਛ ਨਾ ਲੱਗੇ, ਪਰ ਉਸ ਦਾ ਜਿਹੜਾ ਸਵਾਦ ਆ, ਉਸ ਦੇ ਜਿਹੜੇ ਗੁਣ ਆ, ਚੀਜ਼ਾਂ ਨੂੰ ਬਚਾ ਕੇ ਰੱਖਣ ਦੇ, ਸਵਾਦ ਲੈ ਕੇ ਆਉਣ ਦੇ, ਪਿਆਸ ਉਤਪੰਨ ਕਰਨ ਦੇ, ਇਹ ਸਾਰੇ ਉਹਦੇ ਗੁਣ ਦੱਸਦੇ ਆ ਕਿ ਨਮਕ ਹੈਗਾ ਆ। ਇਸੇ ਤਰ੍ਹਾਂ ਯਿਸੂ ਮਸੀਹ ਕਿਉਂ ਕਹਿ ਰਿਹਾ ਵਿਸ਼ਵਾਸੀਆਂ ਨੂੰ ਕਿ ਤੁਸੀਂ ਧਰਤੀ ਦੇ ਲੂਣ ਹੋ? ਕਿਉਂਕਿ ਜਦੋਂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਧਰਤੀ ਦੇ ਲੂਣ ਹੋ, ਤਾਂ ਚੇਲਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਿਆ। ਅਤੇ ਚੇਲਿਆਂ ਨੇ ਸਮਝਿਆ ਕਿ ਅੱਛਾ, ਇਸ ਦਾ ਮਤਲਬ ਇਹ ਆ ਕਿ ਸੰਸਾਰ ਖਤਮ ਹੋ ਰਿਹਾ, ਨਾਸ਼ ਹੋ ਰਿਹਾ, ਤੇ ਅਸੀਂ ਇਸ ਨੂੰ ਬਚਾਉਣਾ ਆ। ਅਤੇ ਦੂਸਰੀ ਚੀਜ਼ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਜਗਤ ਦੀ ਜੋਤੀ ਹੋ, ਤੁਸੀਂ ਜਗਤ ਦਾ ਚਾਨਣ ਹੋ। ਬਾਈਬਲ ਦੇ ਵਿੱਚ ਪੁਰਾਣੇ ਨਿਯਮ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਜ਼ਬੂਰ 119 ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਚਾਨਣ ਕਿਹਾ ਗਿਆ ਆ। ਕਿਹਾ ਗਿਆ ਕਿ ਤੇਰਾ ਵਚਨ ਜਿਹੜਾ ਆ ਉਹ ਮੇਰੇ ਪੈਰਾਂ ਦੇ ਲਈ ਦੀਪਕ ਤੇ ਮੇਰੇ ਰਾਹਾਂ ਦੇ ਲਈ ਉਜਾਲਾ ਆ। ਜਦੋਂ ਅਸੀਂ ਜ਼ਬੂਰ 119 ਦੇ ਵਿੱਚ ਉਸਦੇ ਅਧਿਆਏ 119 ਵਚਨ 1 ਤੋਂ ਲੈ ਕੇ 5 ਤੱਕ ਦੇਖਦੇ ਆ, ਅਤੇ ਉੱਥੇ ਕਿਹਾ ਗਿਆ ਕਿ ਤੇਰਾ ਵਚਨ ਮੇਰੇ ਪੈਰਾਂ ਦੇ ਲਈ ਦੀਪਕ ਤੇ ਮੇਰੇ ਰਾਹਾਂ ਦੇ ਲਈ ਉਜਾਲਾ ਆ। ਅਤੇ ਫਿਰ ਅੱਗੇ ਜਾ ਕੇ ਕਹਿੰਦਾ ਕਿ ਤੇਰੇ ਵਚਨ ਦੇ ਖੁੱਲਣ ਦੇ ਨਾਲ ਪ੍ਰਕਾਸ਼ ਹੁੰਦਾ ਹੈ, ਲਾਈਟ ਹੁੰਦੀ ਆ। ਅਤੇ ਨਵੇਂ ਨਿਯਮ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਪਹਿਲਾ ਯਹੂਨਾ ਦੀ ਪੱਤਰੀ, ਉਹਦੇ ਵਿੱਚ ਪਰਮੇਸ਼ਰ ਨੂੰ ਚਾਨਣ ਕਿਹਾ ਗਿਆ ਆ। ਅਤੇ ਨਵੇਂ ਨਿਯਮ ਦੇ ਵਿੱਚ ਯਿਸੂ ਮਸੀਹ ਨੇ ਲੂਕਾ ਦੀ ਇੰਜੀਲ ਦੇ 8 ਦੇ ਵਿੱਚ ਖੁਦ ਨੂੰ ਕਿਹਾ ਕਿ ਮੈਂ ਕੀ ਆ? ਜਗਤ ਦਾ ਚਾਨਣ ਆ, ਮੈਂ ਜਗਤ ਦੀ ਲਾਈਟ ਆ। ਸੋ ਯਿਸੂ ਮਸੀਹ ਕਹਿੰਦਾ ਤੁਸੀਂ ਧਰਤੀ ਦੇ ਲੂਣ ਹੋ। ਅਤੇ ਦੂਸਰੀ ਚੀਜ਼ ਕਹਿੰਦਾ ਕਿ ਤੁਸੀਂ ਜਗਤ ਦਾ ਚਾਨਣ ਹੋ। ਜਿਹੜਾ ਚਾਨਣ ਆ ਉਹ ਸੱਚਾਈ ਨੂੰ ਦੱਸਦਾ, ਉਹ ਨੈਤਿਕਤਾ ਨੂੰ ਦਿਖਾਉਂਦਾ ਆ, ਅਤੇ ਉਹ ਪਵਿੱਤਰਤਾ ਨੂੰ, ਉਹ ਪਰਮੇਸ਼ਰ ਦੇ ਕੰਮਾਂ ਨੂੰ ਦਿਖਾਉਂਦਾ ਆ। ਜਿੱਥੇ ਹਨੇਰਾ ਆ ਉੱਥੇ ਚਾਨਣ ਦੀ ਲੋੜ ਪੈਂਦੀ ਆ। ਜਿਹੜੀ ਲਾਈਟ ਆ ਉਹ ਚੀਜ਼ਾਂ ਨੂੰ ਸਪਸ਼ਟ ਕਰ ਦਿੰਦੀ ਕਿ ਚੀਜ਼ਾਂ ਕਿੱਦਾਂ ਦੀਆਂ ਆ। ਹਨੇਰੇ ਦੇ ਵਿੱਚ ਕੁਝ ਵੀ ਪਿਆ, ਕੁਝ ਨਹੀਂ ਪਤਾ ਲੱਗ ਰਿਹਾ, ਪਰ ਜਿੱਦਾਂ ਹੀ ਲਾਈਟ ਹੁੰਦੀ ਆ ਸਾਰੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ। ਯਿਸੂ ਮਸੀਹ ਕਹਿੰਦਾ ਤੁਸੀਂ ਜਗਤ ਦਾ ਚਾਨਣ ਹੋ। ਜਿੱਥੇ ਤੁਸੀਂ ਪਹੁੰਚੋਗੇ ਉੱਥੇ ਮਨੁੱਖ ਦਾ, ਉਹ ਮਨੁੱਖ ਕਿੱਥੇ ਆ ਇਹ ਉਹਨੂੰ ਪਤਾ ਲੱਗੇਗਾ। ਉਹਨੂੰ ਪਤਾ ਲੱਗੇਗਾ ਕਿ ਮੈਂ ਪਾਪ ਦੇ ਵਿੱਚ ਆ, ਕਿਉਂਕਿ ਯਿਸੂ ਮਸੀਹ ਖੁਦ ਵੀ ਕਿੱਦਾਂ ਆ, ਉਹ ਚਾਨਣ ਬਣ ਕੇ ਆਇਆ ਸੰਸਾਰ ਦੇ ਵਿੱਚ। ਉਹਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ, ਜੋ ਕੋਈ ਮੇਰੇ ਪਿੱਛੇ ਚੱਲੇਗਾ ਉਹ ਕਦੀ ਹਨੇਰੇ ਵਿੱਚ ਨਹੀਂ ਜਾਵੇਗਾ। ਹਾਲੇਲੂਇਆ।
ਅਤੇ ਯਿਸੂ ਮਸੀਹ ਹੁਣ ਸਾਨੂੰ ਕਹਿ ਰਿਹਾ ਹੈ, ਬਾਈਬਲ ਕਹਿੰਦੀ ਪਰਮੇਸ਼ਰ ਦਾ ਵਚਨ ਚਾਨਣਿਆ, ਪਰਮੇਸ਼ਰ ਚਾਨਣਿਆ, ਯਿਸੂ ਮਸੀਹ ਚਾਨਣਿਆ। ਅਤੇ ਹੁਣ ਉਹ ਸਾਨੂੰ ਕਹਿੰਦਾ ਆ, ਤੁਸੀਂ ਕੀ ਆ? ਜਗਤ ਦਾ ਚਾਨਣ ਹੋ। ਹਾਲੇਲੂਇਆ। ਸੋ ਜਿਹੜਾ ਚਾਨਣ ਆ ਉਹ ਸੱਚਾਈ ਨੂੰ ਦੱਸਦਾ ਆ। ਜਿੱਦਾਂ ਹੀ ਲਾਈਟ ਜਾਂਦੀ ਆ, ਉਸੇ ਟਾਈਮ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਲਾਈਟ ਪੈਂਦੀ ਆ ਉੱਥੇ ਰੋਸ਼ਨੀ ਹੋਣੀ ਸ਼ੁਰੂ ਹੋ ਜਾਂਦੀ ਆ। ਅਤੇ ਪਰਮੇਸ਼ਰ ਕਹਿੰਦਾ ਕਿ ਜਿੱਥੇ ਤੁਸੀਂ ਜਾਓਗੇ ਉੱਥੇ ਹੀ ਲਾਈਟ ਹੋਣੀ ਸ਼ੁਰੂ ਹੋ ਜਾਵੇਗੀ। ਅਤੇ ਇੱਥੇ ਦੋ ਚੀਜ਼ਾਂ ਅਸੀਂ ਦੇਖਦੇ ਹਾਂ। ਲੂਣ ਜਿਹੜਾ ਸੀਕ੍ਰੇਟਲੀ ਕੰਮ ਕਰਦਾ ਆ, ਉਹ ਦਿਖਾਵਾ ਕਰਕੇ ਨਹੀਂ, ਪਰ ਜਿਹੜੀ ਲਾਈਟ ਆ ਸੀਕ੍ਰੇਟਲੀ ਕੰਮ ਨਹੀਂ ਕਰ ਸਕਦੀ। ਅਤੇ ਇਹ ਦੋਨੇ ਚੀਜ਼ਾਂ ਕੀ ਆ? ਸਾਡੇ ਕੰਮ ਅਤੇ ਸਾਡੀਆਂ ਗੱਲਾਂ। ਜਿਹੜੇ ਸਾਡੇ ਕੰਮ ਆ ਦਿਖਾਵੇ ਦੇ ਨਹੀਂ ਹੋਣੇ ਚਾਹੀਦੇ, ਬਾਈਬਲ ਦੱਸਦੀ, ਪਰ ਜਿਹੜੇ ਸਾਡੇ ਵਚਨ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕਰਨਾ ਪੈਣਾ। ਅਸੀਂ ਜਿੰਨਾ ਚਿਰ ਲੋਕਾਂ ਦੇ ਵਿੱਚ ਪ੍ਰਚਾਰ ਨਹੀਂ ਕਰਦੇ, ਲੋਕੀ ਸਾਨੂੰ ਨਹੀਂ ਕੁਝ ਵੀ ਸਾਨੂੰ ਨਹੀਂ ਸਮਝ ਸਕਦੇ, ਉਹ ਪਰਮੇਸ਼ਰ ਨੂੰ ਨਹੀਂ ਜਾਣ ਸਕਦੇ। ਪਰ ਜਿੰਨਾ ਚਿਰ ਅਸੀਂ ਭਲੇ ਕੰਮ ਨਹੀਂ ਕਰਦੇ, ਉਹਨਾਂ ਚਿਰ ਲੋਕੀ ਪਰਮੇਸ਼ਰ ਦੀ ਵਡਿਆਈ ਨਹੀਂ ਕਰ ਸਕਦੇ। ਹਾਲੇਲੂਇਆ। ਸੋ ਯਿਸੂ ਮਸੀਹ ਕਹਿੰਦਾ ਤੁਸੀਂ ਜਗਤ ਦਾ ਚਾਨਣ ਹੋ, ਤੁਸੀਂ ਆ ਧਰਤੀ ਦਾ ਲੂਣ ਹੋ। ਅਤੇ ਇਸ ਦਾ ਮਤਲਬ ਕੀ ਆ? ਕਿ ਤੁਹਾਡਾ ਕਰੈਕਟਰ, ਤੁਹਾਡੀਆਂ ਗੱਲਾਂ, ਤੁਹਾਡਾ ਵਚਨ ਜਿਹੜੇ ਆ ਉਹ ਲੂਣ ਦੀ ਤਰ੍ਹਾਂ, ਚਾਨਣ ਦੀ ਤਰ੍ਹਾਂ ਆ, ਜਿਹੜੇ ਲੋਕਾਂ ਦੇ ਜੀਵਨ 'ਚ ਸਵਾਦ ਲੈ ਕੇ ਆਉਣ, ਜਿਹੜੇ ਲੋਕਾਂ ਨੂੰ ਬਚਾਉਣ, ਜਿਹੜੇ ਲੋਕਾਂ ਦੇ ਜੀਵਨ ਦੇ ਵਿੱਚ ਰੈਵਲੇਸ਼ਨ ਲੈ ਕੇ ਆਉਣ, ਪ੍ਰਕਾਸ਼ਨ ਲੈ ਕੇ ਆਉਣ, ਤਾਂ ਕਿ ਉਹ ਲੋਕੀ ਸਮਝ ਸਕਣ ਕਿ ਅਸੀਂ ਪਾਪੀ ਹਾਂ ਤੇ ਸਾਨੂੰ ਮੁਕਤੀਦਾਤੇ ਦੀ ਲੋੜ ਆ। ਹਾਂਜੀ, ਅਸੀਂ ਇਸੇ ਵਚਨ ਨੂੰ ਦੁਬਾਰਾ ਤੋਂ ਪੜਾਂਗੇ, ਵਚਨ 13 ਤੋਂ। ਤੁਸੀਂ ਧਰਤੀ ਦੇ ਲੂਣ ਹੋ। ਹਾਂਜੀ, ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ, ਹਾਂਜੀ, ਤੇ ਕਿਸ ਬਿਦਸ ਲੂਣਾ ਕੀਤਾ ਜਾਵੇਗਾ। ਆਮੀਨ। ਪਰ ਇੱਥੇ ਇੱਕ ਡੇਂਜਰਸ ਚੀਜ਼ ਆ। ਯਿਸੂ ਮਸੀਹ ਗੱਲ ਕਰਦਾ ਪਿਆ ਆ। ਪਹਿਲਾਂ ਅਸੀਂ ਦੇਖਿਆ ਕਿ ਯਿਸੂ ਮਸੀਹ ਕਹਿੰਦਾ ਤੁਸੀਂ ਧਰਤੀ ਦੇ ਲੂਣ ਹੋ। ਅਤੇ ਲੂਣ ਅਸੀਂ ਕਿੱਦਾਂ ਆ? ਸਵਾਦ ਦੇ ਦੁਆਰਾ, ਚੰਗਾ ਕਰਨ ਦੇ ਦੁਆਰਾ, ਪਿਆਸ ਪੈਦਾ ਕਰਨ ਦੇ ਦੁਆਰਾ, ਤੇ ਚੀਜ਼ਾਂ ਨੂੰ ਬਚਾਉਣ ਦੇ ਦੁਆਰਾ। ਅਸੀਂ ਲਾਈਟ ਕਿੱਦਾਂ ਆ? ਲੋਕਾਂ ਤਾਈਂ ਪਰਮੇਸ਼ਰ ਦਾ ਵਚਨ ਲੈ ਕੇ ਜਾਣ ਦੇ ਦੁਆਰਾ, ਲੋਕਾਂ ਦੀ ਜੋ ਜ਼ਿੰਦਗੀ ਰੀਅਲ ਆ ਉਹਨਾਂ ਨੂੰ ਦਿਖਾਉਣ ਦੇ ਦੁਆਰਾ। ਅਤੇ ਯਿਸੂ ਮਸੀਹ ਕਹਿ ਰਿਹਾ ਜਦੋਂ ਕਿ ਤੁਸੀਂ ਧਰਤੀ ਦਾ ਲੂਣ ਹੋ। ਉਹ ਕਿਉਂ ਕਹਿ ਰਿਹਾ ਆ? ਕਿਉਂਕਿ ਤੁਸੀਂ ਚੀਜ਼ਾਂ ਨੂੰ ਬਚਾ ਸਕਦੇ ਹੋ, ਤੁਸੀਂ ਲੋਕਾਂ ਤਾਈਂ ਪ੍ਰਕਾਸ਼ਨ ਲੈ ਕੇ ਜਾ ਸਕਦੇ ਹੋ। ਪਰ ਇੱਥੇ ਇੱਕ ਡੇਂਜਰਸ ਗੱਲ ਆਉਂਦੀ ਹੈ, ਇੱਕ ਇੱਥੇ ਚੈਲੰਜ ਆਉਂਦਾ ਹੈ। ਕਹਿੰਦਾ ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦਾ ਹੋ ਜਾਵੇ ਤਾਂ ਉਹ ਕਿਸ ਬਿਦਸ ਲੂਣਾ ਕੀਤਾ ਜਾਵੇਗਾ। ਹਾਂਜੀ, ਉਹ ਫਿਰ ਕਿਸੇ ਕੰਮ ਦਾ ਨਹੀਂ, ਫਿਰ ਉਹ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਆਮੀਨ। ਸੋ ਇੱਥੇ ਕਹਿੰਦਾ ਕਿ ਤੁਸੀਂ ਧਰਤੀ ਦੇ ਲੂਣ ਹੋ, ਪਰ ਡੇਂਜਰਸ ਚੀਜ਼ ਇਹ ਆ ਕਿ ਜੇ ਲੂਣ ਬੇਸਵਾਦਾ ਹੋ ਜਾਵੇ ਤਾਂ ਫਿਰ ਉਹ ਕਿਸ ਕੰਮ ਦਾ ਆ? ਉਹ ਕਿਸੇ ਤਰ੍ਹਾਂ ਨਮਕੀਨ ਨਹੀਂ ਕੀਤਾ ਜਾਂਦਾ। ਜੇਕਰ ਲੂਣ ਦਾ ਸਵਾਦ ਖਤਮ ਹੋ ਜਾਂਦਾ ਆ ਤਾਂ ਫਿਰ ਕਿਸ ਤਰ੍ਹਾਂ ਉਹਦੇ ਵਿੱਚ, ਨਮਕ ਦੇ ਵਿੱਚ ਕੋਈ ਸਵਾਦ ਨਹੀਂ ਪਾ ਸਕਦਾ। ਦਾਲ ਦੇ ਵਿੱਚ ਅਸੀਂ ਚੀਜ਼ਾਂ ਪਾ ਸਕਦੇ, ਸਬਜ਼ੀ ਦੇ ਵਿੱਚ, ਪਰ ਨਮਕ ਦੇ ਵਿੱਚ ਉਸ ਦਾ ਸਵਾਦ ਕਿੱਦਾਂ ਪਾ ਸਕਦੇ ਆ? ਅਤੇ ਅੱਜ ਦੇ ਟਾਈਮ ਦੇ ਵਿੱਚ ਲੂਣ ਨਹੀਂ ਜਲਦੀ ਖਰਾਬ ਹੁੰਦਾ, ਪਰ ਯਿਸੂ ਮਸੀਹ ਦੇ ਦਿਨਾਂ ਦੇ ਵਿੱਚ ਤੇ ਅੱਜ ਦੇ ਦਿਨਾਂ ਦੇ ਵਿੱਚ 2000 ਸਾਲ ਦਾ ਫਰਕ ਆ। ਉਸ ਟਾਈਮ ਦੇ ਵਿੱਚ ਨਮਕ ਬਹੁਤ ਵਾਰੀ ਖਰਾਬ ਹੋ ਜਾਂਦਾ ਸੀ। ਅੱਜ ਦੇ ਟਾਈਮ 'ਚ ਵੀ ਨਮਕ ਖਰਾਬ ਹੁੰਦਾ ਜੇਕਰ ਉਹ ਠੰਡੀ ਜਗ੍ਹਾ ਦੇ ਉੱਤੇ ਰੱਖ ਦਿੱਤਾ ਜਾਵੇ, ਉਹਨੂੰ ਖੁੱਲਾ ਰੱਖ ਦਿੱਤਾ ਜਾਵੇ, ਉਸ ਦੇ ਵਿੱਚ ਕੋਈ ਹੋਰ ਚੀਜ਼ ਮਿਲ ਜਾਵੇ ਤਾਂ ਨਮਕ ਕੀ ਹੋਵੇਗਾ? ਖਰਾਬ ਹੋ ਗਿਆ। ਯਿਸੂ ਮਸੀਹ ਇਸੇ ਤਰ੍ਹਾਂ ਕਹਿੰਦਾ ਤੁਸੀਂ ਧਰਤੀ ਦੇ ਨਮਕ ਹੋ, ਪਰ ਜੇ ਨਮਕ ਆਪਣਾ ਟੇਸਟ ਖੋ ਦੇਵੇ ਫਿਰ ਉਹ ਕਿਸ ਬਿਦਸ ਲੂਣਾ ਕੀਤਾ ਜਾਵੇਗਾ? ਕਿਸ ਤਰ੍ਹਾਂ ਉਹਦੇ ਵਿੱਚ ਨਮਕ ਦਾ ਟੇਸਟ ਲਿਆ ਹੁੰਦਾ ਜਾ ਸਕਦਾ? ਕਿਸੇ ਵੀ ਰੀਤੀ ਦੇ ਨਾਲ ਨਹੀਂ। ਜਿਸ ਦਾ ਆਨਸਰ ਆ ਕਿ ਕਦੀ ਹੋ ਹੀ ਨਹੀਂ ਸਕਦਾ ਕਿ ਨਮਕ ਦਾ ਟੇਸਟ ਬੇਕਾਰ ਹੋ ਗਿਆ, ਉਹਦੇ ਵਿੱਚ ਨਮਕ ਆ ਜਾਵੇ। ਤਾਂ ਯਿਸੂ ਮਸੀਹ ਕੀ ਕਹਿੰਦਾ? ਹਾਂਜੀ, ਤੁਸੀਂ ਧਰਤੀ ਦਾ ਲੂਣ ਹੋ, ਤੁਸੀਂ ਜਗਤ ਦੇ ਚਾਨਣ ਹੋ। ਇਹਨੂੰ ਦੁਬਾਰਾ ਪੜੋ। ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ, ਹਾਂਜੀ, ਤਾਂ ਕਿਸ ਬਿਦਸ ਲੂਣਾ ਕੀਤਾ ਜਾਵੇਗਾ। ਉਹ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਆਮੀਨ। ਯਿਸੂ ਮਸੀਹ ਕੀ ਕਹਿੰਦਾ ਕਿ ਜੇਕਰ ਨਮਕ ਆਪਣਾ ਟੇਸਟ ਖੋ ਦੇਵੇ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ, ਸਿਵਾਏ ਇਸ ਤੇ ਕਿ ਉਹ ਬਾਹਰ ਸਿੱਟਿਆ ਜਾਵੇ, ਲੋਕੋ ਆਪਣੇ ਪੈਰਾਂ ਦੇ ਹੇਠ ਉਹਨੂੰ ਮਿੱਧਣ, ਲੋਕੀ ਉਹਦੇ ਉੱਤੇ ਦੀ ਤੁਰ ਕੇ ਜਾਣ। ਦੇਖੋ, ਮਸੀਹੀ ਜੀਵਨ ਇਦਾਂ ਦਾ ਹੀ ਆ। ਸਾਨੂੰ ਪਰਮੇਸ਼ਰ ਨੇ ਸ਼ੁੱਧ ਕੀਤਾ, ਸਾਨੂੰ ਪਿਓਰ ਕੀਤਾ, ਸਾਨੂੰ ਲੋਕਾਂ ਦੇ ਜ਼ਖਮਾਂ ਨੂੰ, ਉਹਨਾਂ ਦੇ ਹਾਲਾਤਾਂ ਦੇ ਉੱਤੇ ਉਹਨਾਂ ਨੂੰ ਦਿਲਾਸਾ ਦੇਣ ਦੇ ਲਈ, ਉਹਨਾਂ ਨੂੰ ਚੰਗਾ ਕਰਨ ਦੇ ਲਈ ਰੱਖਿਆ ਆ। ਸਾਨੂੰ ਲੋਕਾਂ ਦੇ ਅੰਦਰ ਪਿਆਸ ਉਤਪੰਨ ਪੈਦਾ ਕਰਨ ਦੇ ਲਈ ਰੱਖਿਆ ਆ। ਸਾਨੂੰ ਲੋਕਾਂ ਨੂੰ ਬਚਾਉਣ ਦੇ ਲਈ ਰੱਖਿਆ ਆ ਕਿ ਤੁਸੀਂ ਚੀਜ਼ਾਂ ਨੂੰ ਪ੍ਰੀਜ਼ਰਵ ਕਰੋ, ਤੁਸੀਂ ਚੀਜ਼ਾਂ ਨੂੰ ਬਚਾ ਕੇ ਰੱਖੋ। ਪਰ ਯਿਸੂ ਮਸੀਹ ਕਹਿੰਦਾ ਜੇਕਰ ਉਹਦਾ ਨਮਕ ਹੀ ਉਹਦਾ ਟੇਸਟ ਹੀ ਖਰਾਬ ਹੋ ਜਾਵੇ, ਉਹ ਕੁਆਲਿਟੀ ਉਹਦੇ ਅੰਦਰੋਂ ਖਰਾਬ ਹੋ ਜਾਵੇ, ਖਤਮ ਹੋ ਜਾਵੇ, ਤਾਂ ਫਿਰ ਉਹ ਕਿਸ ਬਿਦਸ ਲੂਣਾ ਕੀਤਾ ਜਾਵੇਗਾ? ਉਸ ਦਾ ਸਿਰਫ ਇੱਕੋ ਹੀ ਆ ਉਹਦੇ ਅੰਦਰ ਕਿ ਉਸ ਨੂੰ ਬਾਹਰ ਸਿੱਟਿਆ ਜਾਵੇ ਤੇ ਲੋਕੀ ਆਪਣੇ ਪੈਰਾਂ ਹੇਠ ਮਿੱਧ ਦੇਣਾ। ਅੱਜ ਜੇਕਰ ਤੁਹਾਡਾ ਮਸੀਹੀ ਜੀਵਨ
ਲੋਕਾਂ ਦੇ ਅੰਦਰ ਪਰਮੇਸ਼ਰ ਦੀ ਪਿਆਸ ਉਤਪੰਨ ਨਹੀਂ ਕਰਦਾ, ਜੇ ਤੁਹਾਡਾ ਮਸੀਹੀ ਜੀਵਨ ਲੋਕਾਂ ਨੂੰ ਨਹੀਂ ਬਚਾ ਰਿਹਾ, ਪਾਪ ਤੋਂ ਨਹੀਂ ਬਚਾ ਰਿਹਾ, ਸੰਸਾਰਿਕਤਾ ਤੋਂ ਨਹੀਂ ਬਚਾ ਰਿਹਾ, ਪਰਮੇਸ਼ਰ ਦੇ ਲਾਗੇ ਨਹੀਂ ਲੈ ਕੇ ਆ ਰਿਹਾ ਹੈ, ਫਿਰ ਇਸ ਦਾ ਮਤਲਬ ਕੀ ਆ ਕਿ ਅਸੀਂ ਆਪਣਾ ਸਵਾਦ ਖੋ ਚੁੱਕਿਆ। ਇਸ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਨਰਕ ਦੇ ਵਿੱਚ ਚਲ ਜਾਵਾਂਗੇ, ਪਰ ਅਸੀਂ ਜਿਹੜਾ ਸਾਨੂੰ ਕੰਮ ਪਰਮੇਸ਼ਰ ਨੇ ਇਸ ਧਰਤੀ ਦੇ ਉੱਤੇ ਦਿੱਤਾ, ਫਿਰ ਅਸੀਂ ਇਸ ਨੂੰ ਨਹੀਂ ਕਰ ਰਹੇ। ਇੱਥੇ ਮੁਕਤੀ ਖੋਣ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਆ ਉਹ ਕੰਮ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ, ਅਸੀਂ ਉਸ ਤੋਂ ਭੱਜ ਰਹੇ ਹਾਂ। ਕਿਉਂਕਿ ਸਾਡਾ ਕੰਮ ਕੀ ਆ? ਚੀਜ਼ਾਂ ਨੂੰ ਪ੍ਰੀਜ਼ਰਵ ਕਰਨਾ, ਚੀਜ਼ਾਂ ਨੂੰ ਬਚਾ ਕੇ ਰੱਖਣਾ, ਪਰਮੇਸ਼ਰ ਦੀ ਪਿਆਸ ਉਤਪੰਨ ਕਰਨਾ। ਪਰ ਕਹਿੰਦਾ ਕਿ ਜੇਕਰ ਇਹ ਚੀਜ਼ਾਂ ਖੁਦ ਉਹਦੇ ਅੰਦਰੋਂ ਇਕੁਆਲਿਟੀ ਖਤਮ ਹੋ ਜਾਵੇ, ਫਿਰ ਉਹ ਕਿਸ ਕੰਮ ਦਾ? ਜੇਕਰ ਅੱਜ ਇੱਕ ਮਸੀਹੀ ਦਾ ਜੀਵਨ ਬਰਬਾਦ ਆ, ਖੁਦ ਇੱਕ ਮਸੀਹੀ ਪਾਪ ਦੇ ਵਿੱਚ ਡਿੱਗਾ ਪਿਆ, ਸੰਸਾਰ 'ਚ ਡਿੱਗਾ ਪਿਆ, ਸੰਸਾਰ ਦੇ ਲਾਲਚ ਮੋਹ ਦੇ ਵਿੱਚ, ਪਾਪ ਦੇ ਵਿੱਚ, ਵਿਭਚਾਰ ਦੇ ਵਿੱਚ ਡਿੱਗਾ ਪਿਆ, ਸੰਸਾਰ ਦੀਆਂ ਚੀਜ਼ਾਂ 'ਚ, ਫਿਰ ਉਹ ਕਿਸ ਤਰ੍ਹਾਂ ਦੂਸਰਿਆਂ ਨੂੰ ਬਚਾ ਸਕਦਾ? ਇਸ ਦਾ ਮਤਲਬ ਕੀ ਆ? ਫਿਰ ਉਸ ਦਾ ਸਵਾਦ ਜਿਹੜਾ ਖਰਾਬ ਹੋ ਚੁੱਕਾ ਆ। ਹਾਂਜੀ, ਅੱਗੇ। ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁੱਝਾ ਨਹੀਂ ਰਹਿ ਸਕਦਾ, ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ, ਸਗੋਂ ਦੀਵਟ ਉੱਤੇ ਰੱਖਦੇ ਹਨ, ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਆਮੀਨ। ਸੋ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਜਗਤ ਦਾ ਚਾਨਣ ਹੋ। ਜਿਹੜਾ ਨਗਰ ਪਹਾੜ ਦੇ ਉੱਤੇ ਵਸਿਆ ਉਹ ਕਦੀ ਲੁਕਿਆ ਨਹੀਂ ਰਹਿ ਸਕਦਾ, ਅਤੇ ਦੀਵੇ ਨੂੰ ਬਾਲ ਕੇ ਕਦੀ ਉਹਦੇ ਉੱਤੇ ਕੁਝ ਰੱਖ ਨਹੀਂ ਦਿੱਤਾ ਜਾਂਦਾ, ਉਹਨੂੰ ਲੁਕਾਉਣ ਨਹੀਂ ਦਿੱਤਾ ਜਾਂਦਾ। ਯਿਸੂ ਮਸੀਹ ਕਹਿ ਰਿਹਾ ਕਿ ਤੁਸੀਂ ਜਗਤ ਦਾ ਚਾਨਣ ਹੋ। ਮੈਂ ਤੁਹਾਨੂੰ ਲਾਈਟ ਬਣਾਇਆ, ਮੈਂ ਤੁਹਾਨੂੰ ਚਾਨਣ ਬਣਾਇਆ, ਤਾਂ ਕਿ ਲੋਕੀ ਪ੍ਰਕਾਸ਼ ਨੂੰ ਦੇਖ ਕੇ ਮੇਰੇ ਵੱਲ ਆਉਣਾ, ਤੁਹਾਡੇ ਕੋਲ ਆਉਣਾ, ਅਤੇ ਉਹ ਫਿਰ ਮੇਰੇ ਕੋਲ ਆ ਜਾਣ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕਿੱਦਾਂ ਹੁੰਦਾ ਸੀਗਾ, ਇੱਕ ਜਗ੍ਹਾ ਦੇ ਉੱਤੇ ਜਿੱਥੇ ਲਾਈਟ ਜਗਦੀ ਹੁੰਦੀ ਸੀ, ਜੇਕਰ ਕੋਈ ਹਨੇਰੇ ਦੇ ਵਿੱਚ ਰਾਤ ਦੇ ਟਾਈਮ ਦੇ ਵਿੱਚ ਆ ਰਿਹਾ ਜਾਂ ਜਾ ਰਿਹਾ, ਤਾਂ ਦੂਰੋਂ ਦੇਖਦਾ ਕਿ ਲਾਈਟ ਕਿੱਥੇ ਜਗਦੀ ਆ। ਜਿੱਥੇ ਉਹ ਦੇਖਦੇ ਕਿ ਲਾਈਟ ਜਗਦੀ ਪਈ, ਤਾਂ ਉਹ ਅੰਡਰਸਟੈਂਡ ਕਰਦੇ ਕਿ ਇੱਥੇ ਕੋਈ ਰਹਿੰਦਾ ਆ, ਇੱਥੇ ਕੋਈ ਨਗਰ ਆ। ਅਤੇ ਯਿਸੂ ਮਸੀਹ ਕਹਿੰਦਾ ਕਿ ਜਿਹੜਾ ਨਗਰ ਪਹਾੜ ਦੇ ਉੱਤੇ ਵਸਿਆ ਉਹ ਕਦੀ ਨਹੀਂ ਲੁਕਿਆ ਰਹਿ ਸਕਦਾ, ਕਿਉਂਕਿ ਜੇ ਨਗਰ ਪਹਾੜ ਦੇ ਉੱਤੇ ਵਸਿਆ ਪਿਆ ਤਾਂ ਉਸ ਦੇ ਵਿੱਚ ਨਾਰਮਲੀ ਹਰੇਕ ਬੰਦੇ ਨੂੰ ਦਿਖ ਰਿਹਾ ਕਿ ਲਾਈਟ ਜਗਦੀ ਪਈ ਆ, ਤਾਂ ਉਸ ਜਗ੍ਹਾ ਦੇ ਉੱਤੇ ਆਵੇਗਾ। ਪਰ ਜੇਕਰ ਕੋਈ ਲਾਈਟ ਜਗਾਈ ਆ, ਪਰ ਉਸ ਨੂੰ ਲਾਈਟ ਨੂੰ ਲੁਕੋ ਦੇਵੇ, ਉਸ ਦੇ ਉੱਤੇ ਕੁਝ ਰੱਖ ਦੇਵੇ, ਉਸ ਦੇ ਉੱਤੇ ਕੜਾਈਆ ਰੱਖ ਦੇਵੇ, ਬਾਲਟੀ ਰੱਖ ਦੇਵੇ, ਕੁਝ ਵੀ ਰੱਖ ਦੇਵੇ, ਫਿਰ ਉਸ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਉਸ ਲਾਈਟ ਜਗਾਉਣ ਦਾ। ਯਿਸੂ ਮਸੀਹ ਕਹਿ ਰਿਹਾ ਤੁਸੀਂ ਜਗਤ ਦਾ ਚਾਨਣ ਹੋ, ਪਰ ਜੇਕਰ ਤੁਸੀਂ ਆਪਣੀ ਲਾਈਟ ਨੂੰ ਹੀ ਲੁਕੋ ਲਓਗੇ, ਫਿਰ ਲੋਕੀ ਕਿਸ ਤਰ੍ਹਾਂ ਹਨੇਰੇ ਦੇ ਵਿੱਚੋਂ ਘੁੰਮ ਕੇ ਤੁਹਾਡੇ ਕੋਲ ਆਉਣਗੇ? ਉਹ ਕਿਸ ਤਰ੍ਹਾਂ ਮੈਨੂੰ ਜਾਣਨਗੇ? ਅਤੇ ਇਸ ਤਰ੍ਹਾਂ ਸਾਡਾ ਜੀਵਨ ਹੈ, ਮਸੀਹੀ ਜੀਵਨ। ਬੜੀ ਵਾਰੀ ਮਸੀਹੀ ਕੀ ਕਰਦੇ ਆ? ਉਹ ਪਰਮੇਸ਼ਰ ਦਾ ਵਚਨ ਲੋਕਾਂ ਨੂੰ ਨਹੀਂ ਦੱਸਦੇ। ਪਰਮੇਸ਼ਰ ਨੇ ਆਪਣਾ ਵਚਨ ਦਿੱਤਾ, ਆਪਣਾ ਪ੍ਰਕਾਸ਼ਨ ਦਿੱਤਾ, ਆਪਣੀ ਲਾਈਟ ਸਾਨੂੰ ਦਿੱਤੀ ਆ ਕਿ ਜਾਓ ਸਾਰੀਆਂ ਕੌਮਾਂ ਦੇ ਵਿੱਚ ਜਾਓ, ਸਾਰਿਆਂ ਨੂੰ ਮੇਰੇ ਚੇਲੇ ਬਣਾਓ, ਹਰ ਇੱਕ ਨੂੰ ਪਰਮੇਸ਼ਰ ਦਾ ਵਚਨ ਸੁਣਾਓ, ਸੁਸਮਾਚਾਰ ਸੁਣਾਓ ਕਿ ਤੌਬਾ ਕਰੋ, ਮਨ ਫਿਰਾਓ, ਕਿਉਂਕਿ ਸਵਰਗ ਦਾ ਰਾਜ ਨੇੜੇ ਆ, ਪ੍ਰਭੂ ਤੁਹਾਡੇ ਪਾਪਾਂ ਦੇ ਬਦਲੇ ਆਇਆ। ਪਰ ਅਸੀਂ ਕਹਿੰਦੇ ਕਿ ਲੋਕੀ ਕੀ ਕਹਿਣਗੇ ਕਿ ਤੂੰ ਯਾਰ ਪ੍ਰਚਾਰ ਕਰਦਾ ਪਿਆ, ਤੂੰ ਮਸੀਹ ਦਾ ਪ੍ਰਚਾਰ ਕਰਨ ਡਿਆ। ਇਸੇ ਕਰਕੇ ਅਸੀਂ ਉਸ ਲਾਈਟ ਨੂੰ ਜਿਹੜੀ ਪਰਮੇਸ਼ਰ ਨੇ ਸਾਡੇ ਅੰਦਰ ਬਾਲੀ, ਅਸੀਂ ਉਸ ਨੂੰ ਢੱਕ ਲੈਂਦੇ ਆ। ਤੇ ਯਿਸੂ ਮਸੀਹ ਕਹਿੰਦਾ ਕਿ ਇਹ ਨਹੀਂ ਸਹੀ ਆ, ਕਿਉਂਕਿ ਨੇਚਰ ਇਦਾਂ ਨਹੀਂ ਸਿਖਾਉਂਦਾ। ਜਦੋਂ ਅਸੀਂ ਲਾਈਟ ਜਗਾਉਨੇ ਆ ਤਾਂ ਇਸ ਦਾ ਮਤਲਬ ਕੀ ਆ? ਉਹ ਰੋਸ਼ਨੀ ਕਰੇ ਹਰੇਕ ਜਗ੍ਹਾ ਦੇ ਉੱਤੇ। ਜੇਕਰ ਪ੍ਰਭੂ ਸਾਨੂੰ ਲਾਈਟ ਕਹਿ ਰਿਹਾ ਤਾਂ ਇਸ ਦਾ ਮਤਲਬ ਕੀ ਆ? ਅਸੀਂ ਪਰਮੇਸ਼ਰ ਦਾ ਵਚਨ, ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ। ਹਾਲੇਲੂਇਆ। ਜੇਕਰ ਪਰਮੇਸ਼ਰ ਸਾਨੂੰ ਨਮਕ ਕਹਿ ਰਿਹਾ ਪਰ ਅਸੀਂ ਨਮਕ ਵਾਲਾ ਕੰਮ ਨਹੀਂ ਕਰਦੇ, ਜੇਕਰ ਸਾਨੂੰ ਪਰਮੇਸ਼ਰ ਲਾਈਟ ਕਹਿ ਰਿਹਾ ਹੈ ਅਤੇ ਅਸੀਂ ਲਾਈਟ ਵਾਲਾ ਕੰਮ ਨਹੀਂ ਕਰਦੇ, ਅਸੀਂ ਲੁਕੋ ਕੇ ਬੈਠੇ ਆ ਉਹਨਾਂ ਗਿਫਟਸ ਨੂੰ ਜਿਹੜੇ ਪਰਮੇਸ਼ਰ ਨੇ ਸਾਡੇ ਅੰਦਰ ਪਾਏ, ਅਸੀਂ ਉਹਨਾਂ ਗਿਫਟਸ ਨੂੰ, ਉਹਨਾਂ ਵਰਦਾਨਾਂ ਨੂੰ ਆਪਣੇ ਅੰਦਰ ਛੁਪਾ ਕੇ ਬੈਠੇ, ਉਹਨਾਂ ਨੂੰ ਐਕਟਿਵ ਨਹੀਂ ਕਰ ਰਹੇ, ਤਾਂ ਇਸ ਦਾ ਮਤਲਬ ਕੀ ਆ? ਅਸੀਂ ਲਾਈਟ ਦੇ ਉੱਤੇ ਕੁਝ ਰੱਖ ਰਹੇ ਆ ਤੇ ਉਸ ਲਾਈਟ ਨੂੰ ਦਬਾ ਰਹੇ ਆ ਕਿ ਲਾਈਟ ਤੂੰ ਨਹੀਂ ਜਾਣਾ। ਪਰ ਅਸੀਂ ਭੁੱਲ ਚੁੱਕੇ ਆ ਕਿ ਸੰਸਾਰ ਦੇ ਵਿੱਚ ਹਨੇਰਾ ਆ, ਪਾਪ ਦਾ ਹਨੇਰਾ ਆ, ਦੁਨੀਆ ਦਾ ਹਨੇਰਾ ਆ। ਅਸੀਂ ਬੜੀ ਵਾਰੀ ਡੇਂਜਰਸ ਤੋਂ, ਇੱਕ ਖਤਰੇ ਤੋਂ ਡਰਦੇ ਆ ਕਿ ਲੋਕੀ ਜਿਹੜਾ ਸਾਡੇ ਵਿਰੁੱਧ ਵਿੱਚ ਹੋ ਜਾਣਗੇ। ਪਰ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਕਹਿੰਦਾ ਕਿ ਤੁਹਾਨੂੰ ਜਿਹੜੇ ਸਤਾਏ ਜਾਂਦੇ ਕਿਉਂ ਜੋ ਸ਼ਾਂਤ ਕੀਤੇ ਜਾਣਗੇ। ਧੰਨ ਉਹ ਜਿਹੜੇ ਮੇਰੇ ਨਾਮ, ਧੰਨ ਹੋ ਤੁਸੀਂ ਜਦ ਮਨੁੱਖ ਮੇਰੇ ਨਾਮ ਦੇ ਕਰਕੇ ਤੁਹਾਨੂੰ ਗੋਲੀਆਂ ਮਾਰਨ। ਆਨੰਦ ਹੋਵੋ, ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਦੇ ਵਿੱਚ ਬਹੁਤ ਹੈ। ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਨਮਕ ਬਣਾਇਆ, ਮੈਂ ਤੁਹਾਨੂੰ ਨਮਕ ਬਣਾਇਆ ਤੇ ਤੁਸੀਂ ਨਮਕ ਦੀ ਤਰ੍ਹਾਂ ਕੰਮ ਕਰੋ। ਮੈਂ ਤੁਹਾਨੂੰ ਲਾਈਟ ਬਣਾਇਆ, ਤੁਸੀਂ ਲਾਈਟ ਦੀ ਤਰ੍ਹਾਂ ਕੰਮ ਕਰੋ। ਅਤੇ ਉਸ ਦਾ ਰਿਜ਼ਲਟ ਕੀ ਆਵੇਗਾ? ਹਾਂਜੀ, ਅਸੀਂ ਪੜਾਂਗੇ।
ਇਸੇ ਤਰ੍ਹਾਂ ਹਾਂਜੀ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ। ਯਿਸੂ ਮਸੀਹ ਕਹਿੰਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਪਹਾੜ ਦੇ ਉੱਤੇ ਵਸਿਆ ਹੋਇਆ ਨਗਰ ਦੀ ਲਾਈਟ ਜਿਹੜੀ ਆ, ਇੱਕ ਜਿਹੜਾ ਨਗਰ ਪਹਾੜ ਦੇ ਉੱਤੇ ਵਸਿਆ ਉਹਦੇ ਤੇ ਲਾਈਟਾਂ ਚਮਕਦੀਆਂ ਪੂਰੀ ਤਰ੍ਹਾਂ। ਕਹਿੰਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਾੜ ਦੇ ਉੱਤੇ ਵਸਿਆ ਨਗਰ, ਤੁਹਾਡਾ ਚਾਨਣ, ਤੁਹਾਡੀ ਲਾਈਟ, ਤੁਹਾਡਾ ਪ੍ਰਕਾਸ਼, ਤੁਹਾਡੇ ਭਲੇ ਕੰਮ, ਤੁਹਾਡੀ ਪ੍ਰੀਚਿੰਗ, ਤੁਹਾਡਾ ਸੁਸਮਾਚਾਰ ਮਨੁੱਖਾਂ ਦੇ ਉੱਤੇ ਚਮਕੇ। ਹਾਂਜੀ ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ, ਤਾਂ ਕਿ ਉਹ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ। ਆਮੀਨ। ਯਿਸੂ ਮਸੀਹ ਕੀ ਕਹਿੰਦਾ ਕਿ ਜਦੋਂ ਤੁਸੀਂ ਲੂਣ ਦੀ ਤਰ੍ਹਾਂ ਕੰਮ ਕਰੋਗੇ, ਜਦੋਂ ਤੁਸੀਂ ਲਾਈਟ ਦੀ ਤਰ੍ਹਾਂ ਕੰਮ ਕਰੋਗੇ, ਲੋਕੀ ਜਾਣਨਗੇ, ਤੁਹਾਡੇ ਕੰਮਾਂ ਵੱਲ ਦੇਖਣਗੇ, ਉਹ ਤੁਹਾਡੀ ਪ੍ਰੀਚਿੰਗ ਵੱਲ, ਤੁਹਾਡੇ ਵਚਨਾਂ ਵੱਲ ਦੇਖਣਗੇ, ਤੁਹਾਡੇ ਕੰਮ ਅਤੇ ਤੁਹਾਡੀ ਜ਼ੁਬਾਨ ਦੇ ਵੱਲ ਦੇਖਣਗੇ, ਅਤੇ ਉਹ ਕੀ ਕਰਨਗੇ? ਮੇਰੇ ਪਿਤਾ ਦੀ ਵਡਿਆਈ ਕਰਨਗੇ। ਹਾਲੇਲੂਇਆ। ਉਹ ਪਰਮੇਸ਼ਰ ਦੀ ਪ੍ਰੇਜ਼ ਕਰਨਗੇ, ਅਤੇ ਉਹ ਬੰਦਾ ਜਿਹੜਾ ਪਰਮੇਸ਼ਰ ਦੀ ਪ੍ਰੇਜ਼ ਕਰਦਾ ਉਹ ਪਰਮੇਸ਼ਰ ਦੇ ਲਈ ਜੀਣਾ ਸ਼ੁਰੂ ਕਰ ਦਿੰਦਾ। ਹਾਲੇਲੂਇਆ। ਦੇਖੋ, ਜੇਕਰ ਅਸੀਂ ਲਾਈਟ ਦੀ ਤਰ੍ਹਾਂ ਬਣ ਗਏ ਤਾਂ ਹਨੇਰੇ ਦੇ ਕੰਮ ਜਿਹੜੇ ਉਹ ਖਤਮ ਹੋਣਗੇ। ਯਿਸੂ ਮਸੀਹ ਲਾਈਟ ਬਣ ਕੇ ਆਇਆ। ਅੱਜ ਅਸੀਂ ਇਸੇ ਕਰਕੇ ਹਨੇਰੇ ਦੇ ਵਿੱਚੋਂ ਨਿਕਲ ਕੇ ਉਹਦੇ ਵਿੱਚ ਪ੍ਰਵੇਸ਼ ਕਰ ਚੁੱਕੇ। ਅੱਜ ਯਿਸੂ ਮਸੀਹ ਸਾਨੂੰ ਕਹਿੰਦਾ ਕਿ ਤੁਸੀਂ ਜਗਤ ਦੀ ਲਾਈਟ ਹੋ, ਤੇ ਜੇਕਰ ਅਸੀਂ ਆਪਣਾ ਕੰਮ ਨਹੀਂ ਕਰਦੇ ਪਏ, ਇਸ ਦਾ ਮਤਲਬ ਕੀ ਆ? ਲੋਕ ਹਨੇਰੇ ਦੇ ਵਿੱਚ ਹੀ ਰਹਿ ਜਾਣਗੇ, ਪਰ ਸਾਨੂੰ ਹਿਸਾਬ ਦੇਣਾ ਪਵੇਗਾ ਪਰਮੇਸ਼ਰ ਨੂੰ, ਕਿਉਂਕਿ ਉਹਨੇ ਸਾਨੂੰ ਲਾਈਟ ਬਣਾਇਆ। ਜੇਕਰ ਉਹ ਸਾਨੂੰ ਨਮਕ ਕਹਿ ਰਿਹਾ, ਪਰ ਅਸੀਂ ਚੀਜ਼ਾਂ ਨੂੰ ਬਚਾ ਨਹੀਂ ਰਹੇ, ਅਸੀਂ ਸੰਸਾਰ ਨੂੰ ਖਰਾਬ ਹੋਣ ਤੋਂ ਨਹੀਂ ਬਚਾ ਰਹੇ, ਅਸੀਂ ਨੈਤਿਕਤਾ ਦੇ ਉੱਤੇ ਧਿਆਨ ਨਹੀਂ ਦੇ ਰਹੇ, ਅਸੀਂ ਪਾਪ ਦੇ ਉੱਤੇ ਧਿਆਨ ਨਹੀਂ ਦੇ ਰਹੇ ਕਿ ਇਹ ਪਾਪ ਜਿਹੜਾ ਇਹ ਘਟਣਾ ਚਾਹੀਦਾ, ਤਾਂ ਫਿਰ ਅਸੀਂ ਉਲਟ ਕਰ ਰਹੇ ਹਾਂ। ਯਿਸੂ ਮਸੀਹ ਕਹਿੰਦਾ ਉਹ ਨਮਕ ਜਿਹੜਾ ਆਪਣਾ ਟੇਸਟ ਖੋਦ ਰਹੇ ਹੋ ਕਿਸੇ ਕੰਮ ਦਾ ਨਹੀਂ। ਪਰ ਯਿਸੂ ਮਸੀਹ ਪਹਿਲਾਂ ਕੀ ਉੱਪਰ ਦੇ ਵਚਨਾਂ 'ਚ ਕਹਿ ਕੇ ਗਿਆ? ਤੁਹਾਨੂੰ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਧਿਆਏ ਆ ਉਹ ਕੀ ਕਰਨਗੇ? ਰਚਾਈ ਜਾਣਗੇ। ਹਾਲੇਲੂਇਆ। ਅੱਜ ਸਾਡਾ ਫਰਜ਼ ਆ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਕਿ ਅਸੀਂ ਯਿਸੂ ਮਸੀਹ ਜਿਹੜੀ ਚੀਜ਼ ਸਾਨੂੰ ਕਹਿ ਰਿਹਾ ਕਿ ਤੁਸੀਂ ਧਰਤੀ ਦੇ ਲੂਣ ਹੋ ਤੇ ਤੁਸੀਂ ਜਗਤ ਦੀ ਜੋਤੀ ਹੋ, ਅਸੀਂ ਇਹ ਦੋਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਈਏ। ਅਤੇ ਲੂਣ ਜਿਹੜਾ ਆ ਉਹ ਇਕੱਲਾ ਕੰਮ ਨਹੀਂ ਕਰਦਾ। ਲੂਣ ਦੇਖੋ ਇੱਕ ਆਪਣੇ ਆਪ ਦੇ ਵਿੱਚ ਇੱਕੋ ਦਾਣਾ ਇਨਫ ਨਹੀਂ ਆ। ਜੇਕਰ ਕੋਈ ਇੱਕ ਦਾਣਾ ਲੂਣ ਦਾ ਚੱਕੇ, ਇੱਕ ਛੋਟਾ ਜਿਹਾ, ਅਤੇ ਸਬਜ਼ੀ ਦੇ ਵਿੱਚ ਪਾ ਦੇਵੇ ਜਾਂ ਕਿਸੇ ਚੀਜ਼, ਕਿ ਉਹ ਨਮਕੀਨ ਹੋ ਪਾਵੇਗੀ? ਕਿ ਉਹ ਸਵਾਦ ਦੇਵੇਗੀ? ਨਹੀਂ, ਕੋਈ ਵੀ ਨਹੀਂ। ਉਸਦਾ ਕੋਈ ਸਵਾਦ ਨਹੀਂ ਆਵੇਗਾ। ਉਹ ਇਕੱਠਾ ਹੋ ਕੇ, ਬਹੁਤ ਸਾਰੇ ਦਾਣੇ ਇਕੱਠੇ ਹੋ ਕੇ ਫਿਰ ਕੰਮ ਕਰਦੇ। ਅੱਜ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਆ? ਯੂਨਿਟੀ। ਪਰਮੇਸ਼ਰ ਦੇ ਲੋਕ ਕਿੱਦਾਂ ਕੰਮ ਕਰ ਸਕਦੇ? ਜਦੋਂ ਯੂਨਿਟੀ ਦੇ ਵਿੱਚ ਆਉਣਗੇ, ਇਕਜੁੱਟ ਹੋਣਗੇ, ਉਸ ਟਾਈਮ ਜਿਹੜਾ ਲੋਕਾਂ ਦੇ ਵਿੱਚ ਸੁਸਮਾਚਾਰ ਲੈ ਕੇ ਜਾਣਗੇ। ਫਿਰ ਇੱਕ ਜਿਹੜਾ ਸੁਸਮਾਚਾਰ ਦਾ ਕੰਮ ਸੁਸਮਾਚਾਰ ਸੁਣਾਵੇਗਾ, ਜਿਸ ਦਾ ਕੰਮ ਵਰਸ਼ਿਪ ਦਾ ਉਹ ਵਰਸ਼ਿਪ ਕਰੇਗਾ, ਜਿਸ ਦਾ ਵਚਨ ਸੁਣਾਉਣ ਦਾ ਵਚਨ, ਜਿਸ ਦੀ ਹੋਰ ਸੇਵਾ, ਉਹ ਸਾਰੇ ਮਿਲ ਕੇ ਕੀ ਕਰਨਗੇ? ਇੱਕ ਪਰਮੇਸ਼ਰ ਦੇ ਕੰਮ ਨੂੰ ਪੂਰਾ ਕਰਨਗੇ ਅਤੇ ਲੋਕਾਂ ਦਾ ਸੁਸਮਾਚਾਰ ਲੈ ਕੇ ਜਾਣਗੇ। ਹਾਲੇਲੂਇਆ। ਅਤੇ ਇੱਥੇ ਲਾਈਟਾਂ ਦੀ ਗੱਲ ਕੀਤੀ, ਇੱਥੇ ਇੱਕ ਲਾਈਟ ਦੀ ਗੱਲ ਨਹੀਂ ਕੀਤੀ, ਇੱਥੇ ਮਿਲ ਕੇ ਲਾਈਟਾਂ ਦੀ ਗੱਲ ਕੀਤੀ ਕਿ ਜਿਹੜਾ ਨਗਰ ਪਹਾੜ ਦੇ ਉੱਤੇ ਵਸਿਆ ਉੱਥੇ ਬਹੁਤ ਸਾਰੀਆਂ ਲਾਈਟਾਂ, ਅਤੇ ਜਦੋਂ ਬਹੁਤ ਸਾਰੀਆਂ ਲਾਈਟਾਂ ਇੱਕ ਵਿਅਕਤੀ ਦੇਖਦਾ ਤਾਂ ਉਹ ਇਸ ਗੱਲ ਨੂੰ ਅੰਡਰਸਟੈਂਡ ਕਰਦਾ ਕਿ ਮੈਂ ਹਨੇਰੇ ਦੇ ਵਿੱਚ ਹਾਂ, ਪਰ ਉਸ ਜਗ੍ਹਾ ਦੇ ਉੱਤੇ ਇੱਕ ਨਗਰ ਵਸਦਾ ਪਿਆ ਆ। ਮੈਂ ਆਪਣਾ ਟਾਈਮ ਉੱਥੇ ਬਿਤਾਵਾਂਗਾ ਤਾਂ ਕਿ ਮੈਂ ਹਰ ਇੱਕ ਤਰ੍ਹਾਂ ਦੇ ਖਤਰੇ ਤੋਂ ਬਚ ਸਕਾਂ। ਹਾਲੇਲੂਇਆ। ਇਸੇ ਤਰ੍ਹਾਂ ਅਸੀਂ ਇੱਕ ਲਾਈਟ ਦੀ ਤਰ੍ਹਾਂ ਬਣਨਾ, ਸੋ ਨਗਰ ਦੀ ਤਰ੍ਹਾਂ, ਕਿ ਜਿੱਥੋਂ ਲੋਕੀ ਦੂਰੋਂ ਹੀ ਹਨੇਰੇ ਦੇ ਵਿੱਚੋਂ ਦੇਖਣ ਕਿ ਉੱਥੇ ਲਾਈਟ ਆ, ਮੈਂ ਉੱਥੇ ਜਾਵਾਂ ਅਤੇ ਆਪਣਾ ਟਾਈਮ ਉੱਥੇ ਸਪੈਂਡ ਕਰਾਂ ਤਾਂ ਕਿ ਮੈਂ ਪਾਪ ਦੇ ਵਿੱਚੋਂ ਬਚ ਕੇ ਨਿਕਲ ਜਾਵਾਂ, ਮੈਂ ਲਾਈਟ ਦੇ ਵਿੱਚ ਚਲਿਆ ਜਾਵਾਂ। ਹਾਲੇਲੂਇਆ। ਸੋ ਯਿਸੂ ਮਸੀਹ ਕੀ ਕਹਿੰਦਾ? ਤੁਸੀਂ ਧਰਤੀ ਦੇ ਲੂਣ ਅਤੇ ਧਰਤੀ ਦਾ ਨਮਕ ਹੋ। ਪਰ ਅੱਜ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਨਮਕ ਦੀ ਤਰ੍ਹਾਂ ਕੰਮ ਕਰ ਰਹੇ ਹਾਂ ਜਾਂ ਫਿਰ ਅਸੀਂ ਸਾਡਾ ਸਵਾਦ ਬੇਸਵਾਦ ਹੋ ਚੁੱਕਾ ਆ, ਕਿ ਅਸੀਂ ਅੱਜ ਉਸ ਲਾਈਟ ਦੀ ਤਰ੍ਹਾਂ ਜਿਹੜੀ ਉੱਚੇ ਸਥਾਨ ਦੇ ਉੱਤੇ ਰੱਖੇਗੀ, ਜਿਹੜੀ ਲੋਕਾਂ ਨੂੰ ਪ੍ਰਕਾਸ਼ ਕਰੇ, ਜਾਂ ਅਸੀਂ ਉਹ ਲਾਈਟ ਆ ਜਿਹਨੂੰ ਪਰਮੇਸ਼ਰ ਨੇ ਜਗਾਇਆ, ਪਰ ਅਸੀਂ ਉਸ ਲਾਈਟ ਨੂੰ ਦਬਾ ਕੇ ਬੈਠੇ ਹਾਂ ਕਿ ਕਿਸੇ ਤਾਈਂ ਵੀ ਉਹ ਚਾਨਣ ਨਾ ਪਹੁੰਚੇ। ਅਸੀਂ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ, ਤੁਹਾਡੀ ਹਜ਼ੂਰੀ ਚਾਹੁੰਦੇ ਹਾਂ ਪ੍ਰਭੂ ਯਿਸੂ ਮਸੀਹ। ਜਿੰਨਿਆਂ ਵੀ ਵਿਅਕਤੀਆਂ ਨੇ ਪਿਤਾ ਮੇਰੇ ਪਰਮੇਸ਼ਰ, ਭੈਣਾਂ ਤੇ ਭਰਾਵਾਂ ਨੇ ਅੱਜ ਦੇ ਵਚਨ ਨੂੰ ਸੁਣਿਆ ਪਿਤਾ, ਉਹ ਤੁਹਾਡੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤਾ ਸਕਣ, ਉਹ ਤੁਹਾਡੇ ਵਚਨ ਦੇ ਮੁਤਾਬਿਕ ਆਪਣਾ ਜੀਵਨ ਬਤਾ ਸਕਣ। ਉਹ ਪਿਤਾ ਉਹ ਲਾਈਟ ਬਣ ਜਾਣ ਪਿਤਾ, ਤਾਂ ਜੋ ਤੇਰੇ ਸੁਸਮਾਚਾਰ ਨੂੰ, ਤੇਰੇ ਵਚਨ ਨੂੰ ਲੋਕਾਂ ਤਾਈਂ ਲੈ ਕੇ ਜਾ ਸਕਣ ਪਿਤਾ ਮੇਰੇ ਪਰਮੇਸ਼ਰ। ਉਹ ਨਮਕ ਦੀ ਤਰ੍ਹਾਂ ਬਣ ਜਾਣ ਪਿਤਾ ਮੇਰੇ ਪਰਮੇਸ਼ਰ, ਤਾਂ ਜੋ ਪ੍ਰਭੂ ਜੀ ਉਹ ਸੀਕ੍ਰੇਟਲੀ ਪਿਤਾ ਮੇਰੇ ਪਰਮੇਸ਼ਰ, ਜਿਸ ਤਰ੍ਹਾਂ ਨਮਕ ਦਿਖਾਈ ਨਹੀਂ ਦਿੰਦਾ ਪਰ ਉਸਦੇ ਗੁਣ, ਉਸਦੇ ਕੰਮ ਦਿਖਾਈ ਦਿੰਦੇ ਪਿਤਾ ਮੇਰੇ ਪਰਮੇਸ਼ਰ, ਇਸੇ ਤਰ੍ਹਾਂ ਤੇਰੇ ਬੇਟੇ ਤੇਰੀ ਬੇਟੀਆਂ ਬਣ ਜਾਣ ਪਿਤਾ ਮੇਰੇ ਪਰਮੇਸ਼ਰ, ਤਾਂ ਜੋ ਉਹਨਾਂ ਦੇ ਕੰਮ ਪ੍ਰਗਟ ਕਰਨਾ, ਦਿਖਾਉਣ ਕਿ ਉਹ ਤੇਰੇ ਤੇ ਵਿਸ਼ਵਾਸ ਕਰਦੇ ਆ,
ਜਿਸ ਤਰ੍ਹਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਕਿ ਤੁਹਾਡੇ ਸ਼ੁਭ ਕਰਮ ਦੇਖ ਕੇ ਤੁਹਾਡੇ ਸਵਰਗੀ ਪਿਤਾ ਦੀ ਵਡਿਆਈ ਕਰਨ। ਉਹ ਪ੍ਰਭੂ ਯਿਸੂ ਮਸੀਹ तेरे लोग पिता मेरे परमेश्वर मैं प्रार्थना करदा लूण दी तरह ते चानन दी तरह हो जाना ताकि उन्हां दे वल देख के उन्हां दे कम्मां दे वल देख के लोग तेरी वल खिच्चे होना अते तेरे नाम नूं महिमा देनी शुरू कर देना। ਉਹ तेरे ते विश्वास करके नजात पा लैण अते सारा आदर महिमा शाल तुहाडे नाम नूं मिले। पिता जी साडी प्रार्थना नूं सुन कबूल करे प्रार्थना प्रभु यीशु मसीह दा नाम लेके मंगदा आमीन 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 ਹਾਲੇਲੂਇਆ। ਸੋ ਤੁਹਾਨੂੰ ਸਾਰਿਆਂ ਨੂੰ ਚੈਮਸੀ ਦੀ ਅਗਲੇ ਸੈਕਸ਼ਨ ਦੇ ਵਿੱਚ ਮਿਲਦੇ ਆ ਅਤੇ ਜੇਕਰ ਇਹ ਬਾਈਬਲ ਸਟੱਡੀ ਤੁਹਾਡੇ ਲਈ ਲਾਭਕਾਰੀ ਹੋ ਰਹੀ ਆ ਤੁਹਾਡੇ ਆਤਮਿਕ ਜੀਵਨ ਦੀ ਉન્નਤੀ ਹੋ ਰਹੀ ਆ ਤਾਂ ਪਲੀਜ਼ ਇਹਨੂੰ ਆਪਣੇ ਤੱਕ ਸੀਮਤ ਨਾ ਰੱਖੋ। ਇਹਨੂੰ ਉਹਨਾਂ ਲੋਕਾਂ ਤਾਈਂ ਜਿਨ੍ਹਾਂ ਨੂੰ ਅੱਜ ਇਸ ਵਚਨ ਦੀ ਲੋੜ ਆ ਅਤੇ ਮੈਂ ਸਮਝਦਾ ਹਰ ਇੱਕ ਵਿਸ਼ਵਾਸੀ ਨੂੰ ਲੋੜ ਆ। ਹਰ ਇੱਕ ਵਿਸ਼ਵਾਸੀ ਤੱਕ ਇਸ ਵਚਨ ਨੂੰ ਪਹੁੰਚਾਓ ਤਾਂ ਕਿ ਹਰ ਇੱਕ ਵਿਅਕਤੀ ਜਿਹੜਾ ਉਹ ਬਾਈਬਲ ਨੂੰ ਅੰਡਰਸਟੈਂਡ ਕਰ ਸਕੇ ਅਤੇ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਵਾਲਾ ਬਣ ਜਾਏ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਆਮੀਨ।